ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਉਹ ਭਾਗਾਂ ਵਾਲਾ ਸਥਾਨ ਹੈ ਜਿੱਥੇ ਸਾਹੇ ਸਹਿਨਸਾ ਸੱਚੀ ਸਰਕਾਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ 1706 ਈਸਵੀ ਦੇ ਵਿੱਚ 9 ਦਿਨ ਠਹਿਰੇ। ਪਾਤਸ਼ਾਹ ਆਏ ਸਨ। ਮਾਂ ਦੇਸਾਂ ਦੇ ਪਿਆਰ ਸਦਕਾ, ਪ੍ਰੇਮਾ ਭਗਤੀ ਸਦਕਾ ਇਹ ਸਥਾਨ ਸਾਖਸ਼ਾਤ ਮੂਰਤ ਹੈ ਉਹਨਾਂ ਬਚਨਾਂ ਦੀ ਜੋ ਪਾਤਸ਼ਾਹ ਨੇ ਕਿਹਾ ਹੈ, ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਐਸਾ ਪ੍ਰੇਮ ਮਾਂ ਨੇ ਕੀਤਾ, ਐਸੀ ਯਾਦ ਹਿਰਦੇ ਵਿੱਚ ਵਸਾਈ ਕਿ ਕਲਗੀਆਂ ਵਾਲੇ ਪਾਤਸ਼ਾਹ ਦਮਦਮਾ ਸਾਹਿਬ ਤੋਂ ਚੱਲ ਕੇ ਆਪ ਹਾਜ਼ਰ ਹੋਏ ਔਰ ਬਚਨ ਕੀਤਾ ਕਿ ਐ ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ। ਬੜੀਆਂ ਦਾਤਾਂ ਬਖਸ਼ਿਸ਼ ਕਰਕੇ ਗਏ, ਬ੍ਰਹਮ ਗਿਆਨ ਦੀਆਂ ਦਾਤਾਂ ਝੋਲੀ ਪਾਈਆਂ। ਇਹਨਾਂ ਪਿਛਲੇ ਸਮਿਆਂ ਦੌਰਾਨ ਸੇਵਾ ਸਿਮਰਨ ਕਰਦਿਆਂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਮੰਨਣ ਕਰਦਿਆਂ, ਜੋ ਹੀਰੇ ਮੋਤੀ, ਜੋ ਸਹਿਜ ਦੀਆਂ ਦਾਤਾਂ ਮਾਂ ਨੇ ਸਾਡੀ ਝੋਲੀ ਪਾਈਆਂ, ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਲਾਹੀ ਦਾਤਾਂ, ਉਹ ਰੱਬੀ ਦਾਤਾਂ ਪਿਆਰ ਵਾਲਿਆਂ ਦੀ ਝੋਲੀ ਪੈਣ। ਜੋ ਵੀ ਆਤਮਿਕ ਅਡੋਲਤਾ ਚਾਹੁਣ ਵਾਲੇ ਪਿਆਰੇ ਨੇ ਉਹ ਜਾਣ ਸਕਣ ਕਿ ਸਾਡੇ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਸੂਤਰ ਸਾਨੂੰ ਬਖਸ਼ਿਸ਼ ਕਰਕੇ ਗਏ ਨੇ, ਕਿਹੜੇ ਬੀਜ ਮੰਤਰ ਨੇ ਜਿਨ੍ਹਾਂ ਨੂੰ ਹਿਰਦੇ ਦੇ ਵਿੱਚ ਧਿਆਇਆ ਜਪਿਆਂ ਕਪਾਟ ਖੁੱਲ੍ਹ ਜਾਂਦੇ ਨੇ, ਤਿਰਕੁਟੀ ਖੁੱਲ੍ਹ ਜਾਂਦੀ ਹੈ। ਜਿੱਥੇ ਗੰਗਾ ਜਮਨਾ ਸਰਸਵਤੀ ਦਾ ਮੇਲ ਹੋ ਜਾਂਦਾ ਹੈ, ਕਿਹੜਾ ਸਥਾਨ ਆ ਉਹ ਜਿੱਥੇ ਇੜਾ ਪਿੰਗਲਾ ਸੁਖਮਣਾ ਇੱਕ ਹੋ ਜਾਂਦੀਆਂ ਹਨ। ਇਹਨਾਂ ਸਾਰੀਆਂ ਦਾਤਾਂ ਦੀ ਸਾਂਝ ਆਪਾਂ ਰੋਜ਼ਾਨਾ ਪਾਉਣੇ ਆ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੇ ਵਿੱਚ ਆਓ ਵਿਚਾਰ ਕਰੀਏ ਅੱਜ ਦਾ ਜੋ ਹੁਕਮਨਾਮਾ ਸਤਿਗੁਰਾਂ ਨੇ ਝੋਲੀ ਪਾਇਆ ਹੈ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਿਗੁਰਾਂ ਦਾ ਜੋ ਆਸਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ, ਉਹ ਇਹੀ ਹੈ ਕਿ ਪੂਰੀ ਕਾਇਨਾਤ, ਪੂਰੀ ਸ੍ਰਿਸ਼ਟੀ ਉਸ ਇੱਕ ਓੰਕਾਰ ਸਤਨਾਮ ਦੇ ਦੁਆਲੇ ਘੁੰਮਦੀ ਹੈ। ਸੱਚਾ ਨਾਮ ਸੰਸਾਰ ਦੇ ਵਿੱਚ ਸਤਿਗੁਰੂ ਕਹਿੰਦੇ ਇੱਕ ਓੰਕਾਰ ਹੈ, ਜਿਹੜਾ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਜਿਹੜਾ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਉਸ ਨਾਮ ਦੀ ਜੋ ਦਾਤ ਹੈ, ਜਿਹੜੀ ਰੌਂ ਹੈ, ਜਿਹੜੀ ਸਾਡੇ ਸਭ ਦੇ ਅੰਦਰ ਚੱਲਦੀ ਹੈ, ਜਿਹੜੀ ਧੁਰਕੀ ਬਾਣੀ ਹੈ, ਜਿਹੜੀ ਸਦਾ ਤੋਂ ਹੀ ਸੱਚ ਹੈ, ਜਿਹੜੀ ਆਦ ਤੋਂ ਸੱਚ ਹੈ, ਜਿਹੜੀ ਜੁਗਾਦ ਤੋਂ ਸੱਚ ਹੈ, ਜਿਹੜੀ ਹੈ ਭੀ ਸੱਚ ਹੈ। ਨਾਨਕ ਹੋਸੀ ਭੀ ਸੱਚ, ਉਹ ਧੁਰਕੀ ਬਾਣੀ ਜਿਹਨੂੰ ਵਿਸਰ ਜਾਂਦੀ ਆ, ਜਿਹੜਾ ਆਪਣੇ ਆਪੇ ਤੋਂ ਦੂਰ ਹੋ ਜਾਂਦਾ, ਜਿਹੜਾ ਆਪਣੇ ਨੇੜੇ ਨਹੀਂ ਰਹਿੰਦਾ, ਜਿਹਦੀ ਆਪਣੇ ਆਪੇ ਨਾਲ ਹੀ ਨੇੜਤਾ ਨਹੀਂ ਰਹਿੰਦੀ, ਉਹ ਮਹਾਰਾਜ ਕਹਿੰਦੇ ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਕਿ ਬੰਦਿਆ, ਉਹ ਗਿਆਨ ਦਾ ਹੀਰਾ, ਉਹ ਗਿਆਨ ਦੀ ਸਮਝ, ਉਹ ਓੰਕਾਰ ਦੀ ਧੁਨ ਤੇਰੇ ਅੰਦਰ ਹੀ ਸੀ। ਉਹ ਗਿਆਨ ਅਗਿਆਨ 'ਚ ਬਦਲ ਗਿਆ ਕਿਉਂਕਿ ਤੇਰੀ ਮਤ ਮੱਧਮ ਹੋ ਗਈ, ਬਾਹਰ ਮੁਖੀ ਹੋ ਗਈ। ਇਹ ਸ਼ਿਵ ਸ਼ਕਤੀ ਦੇ ਖੇਲ ਅਧੀਨ ਜੋ ਸ਼ਕਤੀ ਦੇ ਪ੍ਰਸਾਰੇ ਸੀ, ਜੋ ਮਾਇਆ ਦਾ ਜਾਲ ਹੈ, ਜੋ ਇਹ ਪ੍ਰਕਿਰਤੀ ਆ, ਉਹਦੇ ਵੱਲ ਤੇਰਾ ਧਿਆਨ ਹੋਇਆ ਤਾਂ ਉਹ ਸ਼ਿਵ ਨੂੰ ਤੂੰ ਭੁੱਲ ਗਿਆ, ਪਰਮ ਪਿਤਾ ਨੂੰ ਭੁੱਲ ਗਿਆ। ਤੈਨੂੰ ਉਹਦੀ ਪ੍ਰਤੀਤ ਹੀ ਨਾ ਰਹੀ ਕਿ ਮੈਂ ਅੰਸ਼ ਕਿਹਦੀ ਹਾਂ।
ਮੈਂ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਦੀ ਗੋਦ 'ਚ ਉਤਰ ਕੇ ਆਇਆ। ਮੈਂ ਕਿੱਥੇ ਸੀਗਾ ਜਦੋਂ ਇੱਥੇ ਸੰਸਾਰ ਦੇ ਵਿੱਚ ਨਹੀਂ ਸੀ। ਜਦੋਂ ਇਸ ਮਾਤਾ ਪਿਤਾ ਦੇ ਗੋਦ ਵਿੱਚ ਮੈਂ ਨਹੀਂ ਆਇਆ ਸੀ, ਉਦੋਂ ਪਹਿਲਾਂ ਮੈਂ ਕਿੱਥੇ ਸੀ। ਇਹ ਗੱਲ ਤੈਨੂੰ ਵਿਸਰ ਚੁੱਕੀ ਆ। ਤੇਰੇ ਅੰਦਰ ਅਗਿਆਨ ਭਰ ਚੁੱਕਿਆ। ਅੰਤਰ ਅਗਿਆਨ ਭਈ ਮਤ ਮਾਧਮ। ਤੇਰੀ ਜਿਹੜੀ ਅਸਲ ਮੱਤ ਆ ਨਾ, ਮੱਤੀ ਹੈ ਤੇਰੀ, ਜਿਹੜੀ ਸਮਝ ਹਰ ਇੱਕ ਦੇ ਨਾਲ ਹੀ ਸਤਿਗੁਰ ਦੇ ਕੇ ਤੋਰਦਾ, ਕੋਰੀ ਸਲੇਟ ਦੇ ਕੇ ਤੋਰਦਾ, ਉਹ ਵੀ ਮਾਧਮ ਹੋ ਗਈ ਹੈ ਤੇਰੀ। ਤੈਨੂੰ ਪ੍ਰਤੀਤ ਹੀ ਨਹੀਂ ਹੈ ਆਪਣੇ ਮੂਲ ਦੀ। ਤੈਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਿਵੇਂ ਜੁੜਿਆ ਹੋਇਆ ਸੀ ਮਾਂ ਦੇ ਪੇਟ ਵਿੱਚ ਵੀ ਨਾੜੂਏ ਰਾਹੀਂ। ਕਿਹੜੀ ਚੀਜ਼ ਆ ਉਹ ਜਿਹੜੀ ਹੁਣ ਵੀ ਮੇਰੇ ਸਰੀਰ ਦੇ ਵਿੱਚ ਉਹਦੇ ਜੜਾਓ 'ਚ ਆ। ਮੱਤ ਬਾਹਰੀ ਹੋ ਗਈ। ਮਹਾਰਾਜ ਕਹਿੰਦੇ ਤੈਨੂੰ ਪ੍ਰਤੀਤ ਨਹੀਂ ਰਹੀ। ਤੈਨੂੰ ਉਹ ਜਿਹੜਾ ਸਭ ਦਾ ਹੀ ਸਤਿਗੁਰੂ ਆ, ਕਰਤਾ ਪੁਰਖ, ਉਹਦੀ ਪ੍ਰਤੀਤ ਵੀ ਨਹੀਂ ਰਹੀ, ਕਿਉਂਕਿ ਤੇਰੇ ਅੰਦਰ ਵਸਿਆ ਹੋਇਆ, ਤੇਰੇ ਅੰਦਰ ਰਮਿਆ ਹੋਇਆ। ਪਰ ਤੇਰੀ ਮੱਤ ਅੰਦਰੋਂ ਮਾਧਮ ਹੋ ਕੇ ਬਾਹਰ ਮੁਖੀ ਹੋ ਗਈ। ਫਿਰ ਅੰਦਰ ਭਰ ਕੀ ਜਾਂਦਾ। ਜਿਵੇਂ ਕਿਸੇ ਵੀ ਜਗ੍ਹਾ 'ਤੇ ਸਾਡਾ ਘਰ-ਬਾਰ ਹੀ ਆ, ਜੇ ਅਸੀਂ ਉੱਥੇ ਸਫਾਈ ਨਾ ਕਰੀਏ ਤੇ ਕੂੜਾ ਬੇਸ਼ੱਕ ਕੋਈ ਨਾ ਵੀ ਖਿਲਾਰੇ, ਤਾਂ ਵੀ ਉਹ ਮੱਧਮ ਹੋ ਜਾਂਦਾ। ਸਾਨੂੰ ਦਿਸਣ ਲੱਗ ਜਾਂਦਾ ਕਿ ਜਗ੍ਹਾ ਸੁੰਬਰਨ ਵਾਲੀ ਆ, ਇੱਥੇ ਕਦੇ ਝਾੜੂ ਨਹੀਂ ਲੱਗਿਆ, ਇੱਥੇ ਕਦੇ ਸਫਾਈ ਨਹੀਂ ਹੋਈ। ਜਦੋਂ ਪ੍ਰਤੀਤ ਨਹੀਂ ਹੁੰਦੀ, ਜਿੱਥੇ ਸਾਡਾ ਧਿਆਨ ਨਹੀਂ ਹੁੰਦਾ, ਉੱਥੇ ਫਿਰ ਮਹਾਰਾਜ ਕਹਿੰਦੇ ਵਾਪਰਦਾ ਕੀ ਆ। ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪੇ ਖਫਾਹੀ। ਫਿਰ ਉਹ ਹਿਰਦੇ ਦੇ ਵਿੱਚ ਕਪਟ ਡੇਰਾ ਲਾ ਲੈਂਦਾ। ਜਿਵੇਂ ਜਿਹੜੀਆਂ ਫਸਲਾਂ ਦੇ ਚੰਗੇ ਮੁੱਲ ਮਿਲਦੇ ਆ, ਉਹ ਤਾਂ ਅਸੀਂ ਬੀਜਦੇ ਆ ਨਾ, ਪਰ ਜੇ ਅਸੀਂ ਮੌਕੇ ਸਿਰ ਬੱਤ ਸਿਰ ਫਸਲ ਨਾ ਬੀਜੀਏ ਤਾਂ ਕੰਡੇ ਆ ਜਿਹੜੇ ਕੰਡਿਆਰੀਆਂ ਚੀਜ਼ਾਂ, ਕੱਖ ਕੰਡਾ ਜਿਹੜਾ, ਉਹ ਆਪਣੇ ਆਪ ਹੀ ਉੱਗਰਿਆ ਆਉਂਦਾ, ਉਹਨੂੰ ਕੋਈ ਬੀਜਦਾ ਨਹੀਂ ਹੈ। ਜਿੱਥੇ ਸੁਭ ਮਤ ਲੈਣੋਂ ਅਸੀਂ ਹਟ ਜਾਈਏ, ਗੁਰੂ ਤੇ ਪ੍ਰਤੀਤ ਕਰਨੀ ਹਟ ਜਾਈਏ, ਤਾਂ ਕਪਟ ਆਪਣੇ ਆਪ ਹੀ ਪੈਦਾ ਹੋ ਜਾਂਦਾ। ਮਹਾਰਾਜ ਕਹਿੰਦੇ ਜਿਹੜਾ ਪ੍ਰਤੀਤ ਖੋ ਬਹਿੰਦਾ ਨਾ ਸਤਿਗੁਰੂ ਦੀ, ਆਪਣੇ ਮੂਲ ਨੂੰ ਟੁੱਟ ਜਾਂਦਾ, ਧੁਰ ਕੀ ਬਾਣੀ ਨੂੰ ਟੁੱਟ ਜਾਂਦਾ। ਕਹਿੰਦੇ ਫਿਰ ਉਹਦੇ ਅੰਦਰ ਕਪਟ ਭਰ ਜਾਂਦਾ। ਸਭ ਕਪਟੋ ਕਰ ਜਾਣਾ ਹੈ। ਇਹ ਤਾਂ ਹੈਗਾ ਹੀ ਆ, ਕਪਟ ਤਾਂ ਉਹਦੇ ਅੰਦਰ ਭਰਦਾ ਹੀ ਆ। ਉਹ ਕਪਟ ਇੰਨਾ ਉਹਦੀਆਂ ਅੱਖਾਂ ਤਿੱਕਰ ਭਰ ਜਾਂਦਾ ਕਿ ਉਹ ਸਭ ਨੂੰ ਹੀ ਕਪਟੀ ਜਾਣਦਾ। ਉਹਨੂੰ ਸਾਰਾ ਸੰਸਾਰ ਹੀ ਕਲਯੁਗੀ ਲੱਗਦਾ। ਉਹਨੂੰ ਸੰਸਾਰ ਦੇ ਵਿੱਚ ਕੋਈ ਸਿਆਣਾ, ਸੰਸਾਰ ਦੇ ਵਿੱਚ ਕੋਈ ਭਲਾ ਲੋਕ, ਸੰਸਾਰ ਦੇ ਵਿੱਚ ਕੋਈ ਦਾਨੀ, ਸੰਸਾਰ ਦੇ ਵਿੱਚ ਕੋਈ ਆਪਾ ਕਰਵਾਨ ਕਰਨ ਵਾਲਾ, ਇਹ ਸੰਸਾਰ 'ਚ ਕੋਈ ਜਪਣ ਵਾਲਾ, ਧਿਆਉਣ ਵਾਲਾ, ਪਿਆਰ ਕਰਨ ਵਾਲਾ ਉਹਨੂੰ ਦਿਸਦਾ ਹੀ ਨਹੀਂ। ਉਹਨੂੰ ਸਾਰੀ ਕਪਟੀ ਲੱਗਦੀ ਹੈ ਦੁਨੀਆ, ਉਹਨੂੰ ਸਾਰੇ ਹੀ ਚੋਰ ਲੱਗਦੇ ਆ, ਸਾਰੇ ਹੀ ਠੱਗ ਲੱਗਦੇ ਆ। ਮਹਾਰਾਜ ਕਹਿੰਦੇ ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪੇ ਖਪਾਹੀ। ਤੇ ਕਹਿੰਦੇ ਇਸੇ ਕਪਟ ਦੇ ਅਧੀਨ ਹੀ ਉਹ ਖਪਦਾ ਰਹਿੰਦਾ। ਸਾਰਾ ਦਿਨ ਉਹ ਐਸੀਆਂ ਗੱਲਾਂ ਕਰਦਾ ਕਿ ਆਪ ਤਾਂ ਉਹ ਟੁੱਟੇ ਹੀ ਰਹਿੰਦਾ, ਆਪ ਤਾਂ ਉਹ ਖਪਦਾ ਹੀ ਆ, ਪਰ ਉਹ ਹੋਰਾਂ ਨੂੰ ਵੀ ਦੁਖੀ ਕਰਦਾ, ਹੋਰਾਂ ਨੂੰ ਵੀ ਧੋਖੇਬਾਜ਼ ਸਮਝਦਾ, ਹੋਰਾਂ ਲੋਕਾਂ ਨੂੰ ਵੀ ਚੁਭਵੀਆਂ ਗੱਲਾਂ ਕਰ ਕਰਕੇ, ਕਪਟ ਵਾਲੀਆਂ ਗੱਲਾਂ ਕਰ ਕਰਕੇ ਖੁਦ ਵੀ ਖਪਦਾ ਤੇ ਖਪਾਉਂਦਾ ਵੀ ਆ। ਸਤਿਗੁਰ ਕਾ ਭਾਣਾ ਚਿੱਤ ਨਾ ਆਵੈ, ਆਪਣਾ ਸਵਾਏ ਫਰਾਹੀ। ਉਹ ਜਿਹੜੀ ਇੱਕ ਸਤਿਗੁਰੂ ਦਾ ਹੁਕਮ ਆ ਨਾ, ਜਿਹਨੂੰ ਗੁਰੂ ਨਾਨਕ ਸਾਹਿਬ ਹੁਕਮ ਕਹਿੰਦੇ ਆ, ਜਿਹਨੂੰ ਗੁਰੂ ਨਾਨਕ ਸਾਹਿਬ ਕਰਤੇ ਦੇ ਨਿਯਮ ਕਹਿੰਦੇ ਆ, ਜਿਹਦੇ ਅਧੀਨ ਪੂਰਾ ਪਸਾਰਾ ਚੱਲ ਰਿਹਾ, ਜਿਹਦੇ ਅਧੀਨ ਅਸੀਂ ਧਰਤੀ 'ਚ ਬੀਜ ਪਾਉਣੇ ਆ, ਉਹ ਢੰਗੂਰ ਮਾਰਦਾ ਤੇ ਉਹ ਉੱਗਰਿਆ ਆਉਂਦਾ। ਕੌਣ ਉਗਰਾਉਂਦਾ ਉਹਨੂੰ? ਫਿਰ ਕੌਣ ਉਵੇਂ ਚੀਜ਼ਾਂ ਬਣਾਉਂਦਾ ਸਾਰੀਆਂ? ਉਹ ਇੱਕ ਹੁਕਮ 'ਚ ਹੋ ਰਿਹਾ ਸਾਰਾ ਕੁਛ ਆ, ਨਿਯਮ 'ਚ ਹੋ ਰਿਹਾ ਸਾਰਾ ਕੁਛ ਹੈ। ਤਾਂ ਮਹਾਰਾਜ ਕਹਿੰਦੇ ਉਹਦੇ ਇਹ ਚਿੱਤ ਚੇਤੇ ਵੀ ਨਹੀਂ ਹੈ। ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਆ ਜਿਹੜਾ ਬੇਸਕੀਮਤੀ ਸਰੀਰ ਮਿਲਿਆ ਨਾ, ਜੇ ਬਾਹਰੋਂ ਤੂੰ ਕੀਮਤਾਂ ਪੁੱਛਣ ਲੱਗ ਜੇ ਕਿ ਮੇਰਾ ਫਲਾਨਾ ਅੰਗ ਖਰਾਬ ਹੋ ਗਿਆ ਦੇ ਦਿਓ, ਕਰੋੜਾਂ ਨੂੰ ਨਹੀਂ ਮਿਲਦੀਆਂ ਚੀਜ਼ਾਂ। ਇਹਨੂੰ ਐਵੇਂ ਜਾਣਦਾ। ਮਹਾਰਾਜ ਕਹਿੰਦੇ ਸਤਿਗੁਰ ਕਾ ਭਾਣਾ ਚਿੱਤ ਨਾ ਆਵੈ। ਜਿਹੜੇ ਨਿਯਮਾਂ ਦੇ ਅਧੀਨ ਤੈਨੂੰ ਫਰੀ ਖਾਤੇ ਦੇਤਾ ਸਰੀਰ, ਤੈਨੂੰ ਚੇਤਨ ਸੱਤਾ ਦੇਤੀ, ਆਹ ਸਵਾਸ ਤੇ ਆ ਪ੍ਰਾਣ ਸ਼ਕਤੀ ਜਿਹਨੂੰ ਤੂੰ ਵੈਸੇ ਹੀ ਗਵਾਈ ਜਾਣਾ, ਊਆ ਬਾਈ ਗੱਲਾਂ 'ਚ ਹੀ ਗਵਾਈ ਜਾਣਾ, ਤਾਂਸਾਂ ਖੇਡ ਖੇਡੀ। ਮਹਾਰਾਜ ਕਹਿੰਦੇ ਇਹ ਕਰੋੜਾਂ ਨੂੰ ਨਹੀਂ ਥਿਆਉਂਦਾ ਟਾਈਮ, ਬੇਸਕੀਮਤੀ ਆ ਸਾਰਾ ਕੁਛ। ਪਰ ਕਹਿੰਦੇ ਸਤਿਗੁਰ ਕਾ ਭਾਣਾ ਚਿੱਤ ਨਾ ਆਵੈ। ਤੇਰੇ ਚੇਤੇ ਹੀ ਨਹੀਂ ਹੈ ਕਿ ਸਤਿਗੁਰੂ ਨੇ, ਕਰਤੇ ਪੁਰਖ ਨੇ ਮੈਨੂੰ ਕਿੱਡੇ ਕਿੱਡੇ ਖਜ਼ਾਨੇ ਦੇ ਕੇ ਤੋਰੇ ਆ, ਤੇ ਤੈਨੂੰ ਇੱਕ ਐਸਾ ਜੀਵ ਬਣਾਇਆ, ਤੂੰ ਸਰਵੋਤਮ ਹੋ ਸਕਦਾ ਸਾਰੇ ਸੰਸਾਰ 'ਚ। ਤੂੰ ਆਪਣੇ ਆਪੇ ਨੂੰ ਜਾਣ ਕੇ ਜੀਵਨ ਮੁਕਤ ਹੋ ਸਕਦਾ। ਤੂੰ ਇੱਕ ਆਮ ਜੀਵ ਤੋਂ ਸਾਧੂ ਹੋ ਸਕਦਾ, ਸਾਧਨਾ ਕਰਕੇ ਸੰਤ ਹੋ ਸਕਦਾ।
ਸਤਿਗੁਰਾਂ ਦੀ ਸੇਵਾ ਕਰਕੇ ਬ੍ਰਹਮ ਗਿਆਨੀ ਹੋ ਸਕਦਾ, ਬ੍ਰਹਮ ਗਿਆਨੀਆਂ ਦੀਆਂ ਸੇਵਾ ਕਰਕੇ ਸਤਿਗੁਰੂ ਹੋ ਸਕਦਾ, ਉਸ ਸਤਿਪੁਰਖ ਨੂੰ ਜਾਣ ਸਕਦਾ ਜਿਹਦਾ ਗਿਆਨ ਬਾਣੀ 'ਚ ਦਿੱਤਾ, ਜਿਹਨੂੰ ਸਤਿਗੁਰੂ ਕਹਿੰਦੇ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ। ਕੀ ਹੋਣ ਆਇਆ ਤੂੰ? ਤੇਰੀ ਚੇਤਨਾ ਦਾ ਜਦੋਂ ਫੁੱਲ ਖਿੜਨਾ, ਤੂੰ ਖੁਦ ਮਾਸਟਰ ਹੋਣਾ, ਤੂੰ ਖੁਦ ਬੁੱਧ ਪੁਰਸ਼ ਹੋਣ ਆਇਆ, ਪਰ ਹੋ ਕੀ ਰਿਹਾ ਤੇਰੇ ਨਾਲ? ਸਤਿਗੁਰ ਕਾ ਭਾਣਾ ਚਿੱਤ ਨਾ ਆਵੈ, ਆਪਣਾ ਸਵਾਏ ਫਰਾਹੀ। ਉਹ ਭਾਣਾ ਚੇਤੇ ਨਹੀਂ ਆਉਂਦਾ ਜੋ ਦੇ ਕੇ ਤੋਰਿਆ ਸਤਿਗੁਰਾਂ ਨੇ। ਤੇ ਤੇਰਾ ਸਵਾਏ ਕੀ ਆ? ਤੇਰਾ ਆਪਦਾ ਮਸਲਾ ਕੀ ਆ? ਕਈ ਵਾਰ ਬੰਦਾ ਇੰਨਾ ਨੀਵਾਂ ਉਤਰ ਜਾਂਦਾ ਕਿ ਆਪਦੀਆਂ ਨਿੱਕੀਆਂ ਨਿੱਕੀਆਂ ਗਰਜਾਂ ਪਿੱਛੇ ਇਹ ਜਿਹੜਾ ਬੇਸ਼ਕੀਮਤੀ ਟਾਈਮ ਮਿਲਿਆ ਇਹਨੂੰ ਵੇਚ ਦਿੰਦਾ, ਬੇਸ਼ਕੀਮਤੀ ਪ੍ਰਾਣ ਸ਼ਕਤੀ ਮਿਲੀ ਇਹਨੂੰ ਐਵੇਂ ਗਵਾਈ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਆਪਣਾ ਸਵਾਏ ਫਰਾਹੀ, ਆਪਣੇ ਸਵਾਰਥ ਲਈ ਕਹਿੰਦੇ ਸਤਿਗੁਰੂ ਦਾ ਹੁਕਮ ਉਹਦੇ ਚਿੱਤ ਨਹੀਂ ਆਉਂਦਾ ਹੈ, ਉਹਦਾ ਭਾਣਾ ਨਹੀਂ ਸਮਝ ਆਉਂਦਾ, ਤੇ ਆਪਣੀ ਛੋਟੀ ਜੀ ਗਰਜ ਪਿੱਛੇ ਆਪਣੇ ਆਪੇ ਨੂੰ ਵੇਚ ਕੇ ਭਟਕਦਾ ਰਹਿੰਦਾ ਸਾਰੀ ਜ਼ਿੰਦਗੀ। ਜਾਣ ਆਪਣੇ ਆਪ ਨੂੰ, ਵੇਖ ਆਪਣੇ ਵੱਲ ਕਦੇ ਕਿ ਤੂੰ ਕੀ ਸੈਂ, ਕਿੱਥੋਂ ਆਇਆ ਤੂੰ? ਓਂਕਾਰ ਦੀ ਧੁਨੀ ਚੋਂ ਪੈਦਾ ਹੋਈ ਵੀ ਚੇਤਨਾ ਇਹ, ਜਿਹਨੂੰ ਲਈ ਫਿਰਦਾ, ਜਿਹਨੂੰ ਐਵੇਂ ਸਮਝੀ ਬੈਠਾ ਬਹੁਤ ਵੱਡੀ ਦਾਤ ਆ ਕਰਤੇ ਦੀ। ਕਦੇ ਦੇਖ ਉਹਨਾਂ ਪਰਿਵਾਰਾਂ 'ਚ ਜਿਨ੍ਹਾਂ 'ਚ ਬੱਚਾ ਨਹੀਂ ਹੁੰਦਾ, ਕਿਵੇਂ ਤੜਫਦੇ ਆ ਇਹਨਾਂ ਸਰੀਰਾਂ ਲਈ ਕਿ ਕੋਈ ਬੱਚਾ ਹੋਵੇ। ਇਹ ਚੇਤਨਾ ਐਵੇਂ ਨਹੀਂ ਮਿਲਦੀ। 84 ਲੱਖ ਜੂਨੀ ਦੇ ਗੇੜੇ ਤੋਂ ਬਾਅਦ ਪਤਾ ਨਹੀਂ ਕਿਵੇਂ ਸਬੱਬ ਬਣਦਾ ਤੇ ਅਸੀਂ ਆਪਦਾ ਸਾਰਾ ਟਾਈਮ ਹੀ ਦੂਜਿਆਂ ਨੂੰ ਵੇਚ ਦਿੰਦੇ ਆ, ਆਪਣੇ ਆਪੇ ਨੂੰ ਜਾਣਨ ਤੇ ਕੋਈ ਟਾਈਮ ਵੀ ਨਹੀਂ ਲਾਉਂਦੇ। ਸਤਿਗੁਰਾਂ ਨੇ ਬੜੀ ਸਾਨੂੰ ਕੋਸ਼ਿਸ਼ ਕਰਕੇ ਟਾਈਮ ਕੱਢ ਕੇ ਦਿੱਤੇ ਆ, ਸੋਝੀ ਦਿੱਤੀ ਆ ਕਿ ਇਹ ਬੰਦਿਆ ਤੇਰੇ ਟਾਈਮ ਦਾ ਦਸਵੰਧ ਆ ਨਾ, ਜਿਹੜਾ 10ਵਾਂ ਹਿੱਸਾ ਬਣਦਾ, ਉਹਨੂੰ ਆਪਣੇ ਆਪੇ ਲਈ ਵਰਤ। ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟੇਕ, ਸਤਿਗੁਰਾਂ ਦੀ ਬਾਣੀ ਪੜ੍ਹ। ਸਤਿਗੁਰ ਜਿਹੜਾ ਜਪਣ ਨੂੰ ਕਹਿੰਦੇ ਨੇ ਜਪ, ਜਿਹੜੀ ਚੀਜ਼ ਚੇਤੇ ਕਰਨ ਨੂੰ ਕਹਿੰਦੇ ਨੇ ਚੇਤੇ ਕਰ, ਜਿਹਨੂੰ ਧਿਆਉਣ ਨੂੰ ਕਹਿੰਦੇ ਨੇ ਧਿਆ। ਕਮ ਸੇ ਕਮ 1.25 ਘੰਟਾ ਇਸ ਕੰਮ ਤੇ ਲਾ ਤੂੰ, ਤੇਰੀ ਚੇਤਨਾ ਉੱਪਰ ਉੱਠੇ, ਤੇਰੀ ਸਮਝ ਵਧੇ, ਤੇਰੇ ਅੰਦਰ ਗਿਆਨ ਅੰਜਨ ਪੈਦਾ ਹੋਵੇ, ਤੂੰ ਜਾਣ ਸਕੇ ਕਿ ਤੂੰ ਹੈ ਕੀ, ਤੂੰ ਕਰਤੇ ਦਾ ਪੁੱਤਰ ਹੈ, ਅਕਾਲ ਪੁਰਖ ਦੀ ਅੰਸ਼ ਹੈ। ਇਹ ਚੀਜ਼ ਤੂੰ ਜਾਣਨ ਆਇਆ, ਇਹਦੇ ਤੇ ਟਾਈਮ ਲਾ। ਫਿਰ ਮਹਾਰਾਜ ਕੀ ਕਹਿੰਦੇ ਆ? ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ। ਜੇ ਕਦੇ ਰਹਿਮਤ ਹੋ ਜੇ, ਉਹ ਕਿਰਪਾ ਕਰਦੇ ਮਾਲਕ ਆਪਣੀ, ਮਿਹਰ ਕਰਦੇ, ਤਾਂ ਜਿਹੜਾ ਭੁੱਲਿਆ ਫਿਰਦਾ ਸੀ, ਜਿਹੜਾ ਆਪਣੇ ਸਵਾਏ 'ਚ ਹੀ ਉਲਝਿਆ ਰਹਿੰਦਾ ਸੀ, ਉਹਦੇ ਤੇ ਵੀ ਰਹਿਮਤ ਹੋ ਜਾਂਦੀ ਹੈ। ਤਾਂ ਸਤਿਗੁਰੂ ਕਹਿੰਦੇ ਕਿਉਂਕਿ ਹੈ ਤਾਂ ਉਹ ਅੰਸ਼ ਕਰਤੇ ਦੀ ਨਾ, ਭੁੱਲਿਆ ਹੋਇਆ। ਤਾਂ ਮਹਾਰਾਜ ਕਹਿੰਦੇ ਆਪਣੇ ਸ਼ਬਦ ਦੇ ਵਿੱਚ ਹੀ ਸਮਾ ਲੈਂਦਾ ਉਹਨੂੰ। ਸ਼ਬਦ ਕੀ ਆ? ਜਿਹੜਾ ਸਰਬ ਵਿਆਪਕ ਆ, ਜਿਹਦੇ ਨਾਲ ਸਾਡਾ ਮੇਲ ਹੋਣਾ, ਆਹ ਪਵਨ ਗੁਰੂ ਦੇ ਨਾਲ ਜਾ ਕੇ ਸ਼ਬਦ ਗੁਰੂ ਨਾਲ ਸਾਡਾ ਮਿਲਾਪ ਹੋ ਜਾਂਦਾ, ਅਸੀਂ ਇੱਕ ਮਿੱਕ ਹੋ ਜਾਂਦੇ ਆ। ਉਹਦੇ ਸ਼ਬਦ 'ਚੋਂ, ਉਹਦੀ ਸਾਊਂਡ 'ਚੋਂ ਹੀ ਅਸੀਂ ਪੈਦਾ ਹੁੰਦੇ ਆ ਤੇ ਉਹਦੇ ਸ਼ਬਦ ਦੇ ਵਿੱਚ ਹੀ ਅਸੀਂ ਸਮਾ ਜਾਂਦੇ ਆ। ਜੇ ਉਹ ਦਰਸ਼ਨ ਦਿੰਦਾ ਤਾਂ ਪ੍ਰਕਾਸ਼ ਰੂਪ ਹੋ ਕੇ ਦਿੰਦਾ, ਜਿਹਨੂੰ ਮਹਾਰਾਜ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਦੋਂ ਸੁਣਦਾ ਹੈ ਤਾਂ ਅਣਹਦ ਨਾਦ ਦੇ ਰੂਪ 'ਚ ਸੁਣਦਾ ਤੇ ਆਪਣੇ ਸ਼ਬਦ ਦੇ ਵਿੱਚ ਆਪਣੇ ਸੇਵਕ ਨੂੰ ਮਿਲਾ ਲੈਂਦਾ। ਕਦੋਂ? ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ। ਅੱਗੇ ਸਤਿਗੁਰੂ ਕੀ ਝੋਲੀ ਪਾਉਂਦੇ ਨੇ ਆਪਣੀ? ਇਹ ਅੱਜ ਦਾ ਮੁੱਖ ਵਾਕ ਆ ਦਰਬਾਰ ਸਾਹਿਬ ਦਾ, ਮਹੱਲਾ ਚੌਥਾ। ਮਨਮੁਖ ਮਾਇਆ ਮੋਹੇ ਵਿਆਪੇ, ਦੂਜੈ ਭਾਏ ਮਨੁਆ ਥਿਰ ਨਾਹੀ। ਕਹਿੰਦੇ ਵਿਆਪੇ ਹੁੰਦਾ ਗਰਸੇ ਹੋਏ, ਮਾਇਆ ਦੇ ਮੋਹ ਦੇ ਵਿੱਚ ਗਰਸੇ ਹੋਏ। ਮਾਇਆ ਹੈ ਕਿ ਇਹ ਸਾਰਾ ਸੰਸਾਰ ਸ਼ਿਵ ਸ਼ਕਤੀ ਦਾ ਖੇਲ ਆ। ਸ਼ਕਤੀ ਪਰਮਪਿਤਾ ਪਰਮਾਤਮਾ ਦਾ ਸਰਗੁਣ ਰੂਪ ਆ, ਜਿਹੜਾ ਸਾਨੂੰ ਦਿਸਦਾ ਪ੍ਰਕਿਰਤੀ ਦੇ ਰੂਪ 'ਚ, ਆ ਰਿਸ਼ਤਿਆਂ ਦੇ ਰੂਪ 'ਚ, ਨਾਤਿਆਂ ਦੇ ਰੂਪ 'ਚ, ਭੈਣ ਭਾਈਆਂ, ਮਾਤਾ ਪਿਤਾ, ਸੱਜਣਾ ਦੇ ਰੂਪ 'ਚ ਜਿਹੜਾ ਦਿਸਦਾ ਨਾ, ਇਹ ਉਹਦਾ ਸਰਗੁਣ ਰੂਪ ਆ। ਤੇ ਇੱਕ ਉਹਦਾ ਨਿਰਗੁਣ ਰੂਪ ਆ ਜਿਹੜਾ ਦਿਸਦਾ ਨਹੀਂ, ਮਹਿਸੂਸ ਕਰਨਾ ਪੈਂਦਾ ਧਿਆਨ ਨਾਲ, ਉਹਦੇ ਨਾਲ ਇੱਕ ਮਿਕਤਾ ਬਣਾਉਣੀ ਪੈਂਦੀ ਆ। ਉਹ ਆ ਸ਼ਿਵ। ਸ਼ਕਤੀ ਦਿਸਦੀ ਆ, ਸ਼ਿਵ ਦਿਸਦਾ ਨਹੀਂ ਹੈ, ਪਰਮ ਪਿਤਾ। ਤਾਂ ਮਹਾਰਾਜ ਕਹਿੰਦੇ ਮਨਮੁਖ ਮਾਇਆ ਮੋਹ ਵਿਆਪੇ, ਦੂਜਾ ਭਾਏ ਮਨੁਆ ਥਿਰ ਨਾਹੀ।
ਦੂਜੇ ਭਾਵ ਦੇ ਵਿੱਚ ਅਸੀਂ ਸਾਰਾ ਧਿਆਨ 100 ਦਾ 100% ਹੀ ਅਸੀਂ ਰਿਸ਼ਤਿਆਂ 'ਚ ਹੀ ਗਵਾ ਦਿੰਦੇ ਹਾਂ। ਉਹਨੂੰ ਨਹੀਂ ਅਸੀਂ ਜਾਣਦੇ। ਥਿਰ ਨਹੀਂ ਹੁੰਦਾ, ਕਿਉਂਕਿ ਜਦੋਂ ਹੀ ਥਿਰ ਹੁੰਦਾ, ਜਦੋਂ ਹੀ ਟਿਕਦਾ, ਜਦੋਂ ਹੀ ਰੁਕਦਾ, ਫਿਰ ਆਤਮਿਕ ਅਡੋਲਤਾ ਆਉਂਦੀ ਆ, ਸਹਿਜ ਦੀ ਅਵਸਥਾ ਆਉਂਦੀ ਆ, ਤਾਂ ਉਹਦਾ ਦਰਵਾਜ਼ ਖੁੱਲ੍ਹ ਜਾਂਦਾ। ਉਹ ਕਪਟ ਖੁੱਲ੍ਹ ਜਾਂਦੇ ਆ, ਕਵਾੜ ਖੁੱਲ੍ਹ ਜਾਂਦੇ ਆ ਜਦੋਂ ਹੀ ਥਿਰ ਹੁੰਦੇ ਆ। ਤਾਂ ਮਹਾਰਾਜ ਜੀ ਕਹਿੰਦੇ ਮਾਇਆ ਦੇ ਮੋਹ ਵਿੱਚ ਗਰਸੇ ਹੋਏ ਮਨਮੁੱਖਾਂ ਦਾ ਮਨ ਮਾਇਆ ਦੇ ਪਿਆਰ ਵਿੱਚ ਇੱਕ ਥਾਂ ਨਹੀਂ ਟਿਕਦਾ। ਟਿਕਦਾ ਕੌਣ ਆ? ਜਿਹਦੇ ਤੇ ਕਿਰਪਾ ਹੋ ਜਾਂਦੀ ਆ, ਜਿਹਨੂੰ ਆਤਮ ਰਸ ਦੇ ਝਲਕਾਰੇ ਮਿਲ ਜਾਂਦੇ ਆ, ਨਾਮ ਰਸ ਅੰਦਰੋਂ ਮਿਲ ਜਾਂਦਾ, ਉਹ ਟਿਕਾ 'ਚ ਆ ਜਾਂਦਾ। ਤੇ ਸਤਿਗੁਰੂ ਕਹਿੰਦੇ ਅਣ ਦਿਨ ਜਲਤ ਰਹਿ ਦਿਨ ਰਾਤੀ ਹਉਮੈ ਖਪਹਿ ਖਪਾਹੇ। ਕਹਿੰਦੇ ਅਣ ਦਿਨ ਹਰ ਵੇਲੇ ਦਿਨ ਰਾਤ ਇਹ ਜਿਹੜਾ ਖਲ ਜਗਣ ਵਿੱਢ ਲੈਂਦਾ ਨਾ, ਮੈਂ ਕਰਦਾ, ਮੇਰੇ ਬਿਨਾਂ ਕੀ ਹੋਊ, ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ। ਮਹਾਰਾਜ ਕਹਿੰਦੇ ਉਹ ਸੜਦਾ ਹੀ ਰਹਿੰਦਾ, ਹੰਕਾਰ ਦੀ ਅੱਗ ਦੇ ਵਿੱਚ ਦੁਖੀ ਹੁੰਦਾ ਰਹਿੰਦਾ। ਖੁਦ ਦੁਖੀ ਹੁੰਦਾ ਠੀਕ ਆ, ਪਰ ਉਹ ਹੋਰਾਂ ਨੂੰ ਵੀ ਦੁਖੀ ਕਰਦਾ ਆਪਦੀ ਮੈਂ ਦੇ ਕਾਰਨ, ਕਿਉਂਕਿ ਉਹ ਇਹਨਾਂ ਰਿਸ਼ਤਿਆਂ ਨੂੰ ਹੀ ਸੱਚ ਜਾਣਦਾ, ਇੱਥੋਂ ਦੇ ਸਿਸਟਮ ਨੂੰ ਹੀ ਸੱਚ ਜਾਣਦਾ। ਮਹਾਰਾਜ ਕਹਿੰਦੇ ਇਹੀ ਭੁਲੇਖਾ, ਇਹ ਸੱਚ ਨਹੀਂ ਹੈ, ਇਹ ਪਰਸਾਈ ਆ। ਇਹ ਜਗਤ ਨੂੰ ਤੂੰ ਸੁਪਨੇ ਵਾਂਗੂ ਜਾਣ। ਇਹ ਜਿਹੜਾ ਸਿਸਟਮ ਆ ਨਾ, ਦੇਖਣ ਨੂੰ ਸੱਚ ਲੱਗਦਾ, ਜਿਵੇਂ ਜਿਵੇਂ ਰੁਕਦੇ ਆ, ਜਿਵੇਂ ਜਿਵੇਂ ਵੇਖਦੇ ਆ, ਹਰ ਗੱਲ ਦਾ ਅੰਦਰੂਨੀ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ। ਤਾਂ ਫਿਰ ਬੰਦੇ ਨੂੰ ਜਿਹੜਾ ਗਵਾਇਆ ਵਾ ਟਾਈਮ ਆ, ਜਿਹੜੀ ਉਮਰ ਇਹਨਾਂ ਚੀਜ਼ਾਂ ਖਾਤਰ ਹੀ ਲੱਗੀ ਹੁੰਦੀ ਹੈ, ਫਿਰ ਬੜਾ ਪਛਤਾਵਾ ਦਿੰਦੀ ਹੈ। ਤੇ ਸਤਿਗੁਰੂ ਕਹਿੰਦੇ ਅਣ ਦਿਨ ਜਲਤ ਰਹਿ ਦਿਨ ਰਾਤੀ ਹਉਮੈ ਖਪਹਿ ਖਪਾਹੇ। ਹਉਮੈ ਦੇ ਅਧੀਨ ਬਹੁਤ ਕੁਛ ਕਰਦਾ। ਤੇ ਜੇ ਕਿਤੇ ਇੱਕ ਮਿੰਟ ਲਈ ਰੋਕ ਕੇ ਸਾਰੇ ਕਾਹੇ ਨੂੰ ਦੇਖ ਲਏ ਕਿ ਜਦੋਂ ਮੈਂ ਹੈ ਨਹੀਂ ਸੀ, ਇਹ ਸੰਸਾਰ ਤਾਂ ਵੀ ਚੱਲਦਾ ਸੀ ਤੇ ਚੱਲ ਰਿਹਾ, ਚੱਲਦਾ ਰਹੂਗਾ, ਤੇ ਹੁਣ ਮੈਂ ਹੈਗਾ, ਤਾਂ ਐਡੀ ਵੀ ਕੀ ਗੱਲ ਆ, ਮੈਂ ਸਾਈਡ ਤੇ ਹੋ ਕੇ ਦੇਖ ਲਾਂ ਥੋੜ੍ਹਾ ਜਿਹਾ ਸਾਰਾ ਕੁਛ, ਤੇ ਜਿੱਦੇ ਮੈਂ ਨਹੀਂ ਰਹੂੰਗਾ ਉੱਦੇ ਵੀ ਨਹੀਂ ਚੱਲਦੇ ਰਹਿਣਾ। ਇਹ ਗੱਲ ਸੋਚਣ ਨਾਲ ਹੀ ਹਉਮੈ ਨੂੰ ਬਹੁਤ ਵੱਡੀ ਸੱਟ ਲੱਗਦੀ ਹੈ। ਤੇ ਜਦੋਂ ਹਉਮੈ ਨੂੰ ਸੱਟ ਲੱਗਦੀ ਆ ਤਾਂ ਫਿਰ ਬੰਦੇ 'ਚ ਇੱਕ ਜਾਗਰਤੀ ਆਉਂਦੀ ਆ ਕਿ ਫਿਰ ਅਸਲੀਅਤ ਕੀ ਆ, ਅਸਲ ਗੱਲ ਹੈ ਕੀ। ਮਹਾਰਾਜ ਕਹਿੰਦੇ ਅੰਤਰ ਲੋਭ ਮਹਾ ਗਵਾਰਾ ਤਿਨਕਾ ਨਿਕਟ ਨਾ ਕੋਏ ਜਾਹੇ। ਕਹਿੰਦੇ ਲੋਭ ਇੱਕ ਐਸੀ ਚੀਜ਼ ਆ ਜਿਹੜਾ ਹਨੇਰ ਗਵਾਰ ਕਰ ਦਿੰਦਾ। ਜਿਵੇਂ ਹਨੇਰੇ ਦੇ ਵਿੱਚ ਸਾਨੂੰ ਕੁਝ ਦਿਖਦਾ ਨਹੀਂ ਨਾ, ਹਨੇਰੀ ਰਾਤ ਦੇ ਵਿੱਚ ਆਪਾਂ ਨੂੰ ਆਪਣੇ ਹੱਥ ਵੀ ਨਹੀਂ ਦਿਖਦੇ ਹੁੰਦੇ, ਹੋਰ ਤਾਂ ਕੁਝ ਦਿਸਣਾ ਹੀ ਕੀ ਆ। ਜਿਹੜਾ ਬੰਦਾ ਲੋਭੀ ਹੋ ਜਾਂਦਾ ਉਹਦੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦਾ ਹਨੇਰਾ ਹੁੰਦਾ, ਉਹਨੂੰ ਸਭ ਕੁਝ ਹੁੰਦਿਆਂ ਸੁਣਦਿਆਂ ਸਾਹਮਣੇ ਕੁਝ ਨਹੀਂ ਦਿਖਦਾ। ਮਹਾਰਾਜ ਕਹਿੰਦੇ ਅੰਤਰ ਲੋਭ ਮਹਾ ਗਵਾਰਾ, ਅੰਧਕਾਰ ਦੇ ਵਿੱਚ ਭਟਕਦਾ ਉਹ, ਤਿਨਕਾ ਨਿਕਟ ਨਾ ਕੋਏ ਜਾਹੇ। ਉਹ ਹਨੇਰ ਗਵਾਰ ਆ, ਉਹਦੇ ਨੇੜੇ ਲੋਭ ਦਾ ਜਿਹੜੀ ਹਨੇਰਾ ਹੁੰਦਾ, ਉਹ ਹਰ ਵੇਲੇ ਲੋਭ ਦੇ ਤਰੀਕੇ ਨਹੀਂ ਸੋਚਦਾ। ਉਹ ਕਿਸੇ ਨੂੰ ਕੁਝ ਬੁਲਾਉਂਦਾ ਵੀ ਹੈ ਤਾਂ ਵੀ ਲੋਭ ਕਰਕੇ, ਕਿਸੇ ਨੂੰ ਕੋਲੇ ਬਹਾਉਂਦਾ ਤਾਂ ਵੀ ਲੋਭ ਕਰਕੇ, ਜੇ ਆਪ ਜਾ ਕੇ ਬਹਿੰਦਾ ਤਾਂ ਵੀ ਲੋਭ ਕਰਕੇ। ਤਾਂ ਫਿਰ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਸ ਤਰ੍ਹਾਂ ਦਾ ਲੋਭੀ ਹੋ ਜਾਂਦਾ ਨਾ, ਉਹਦੇ ਬਾਰੇ ਤਾਂ ਇੱਕ ਫੈਸਲਾ ਗੁਰਬਾਣੀ 'ਚ ਵੀ ਦੇਤਾ ਸਤਿਗੁਰਾਂ ਨੇ, ਹਰੇ ਹੋਰ ਕਿਸੇ ਬਾਰੇ ਨਹੀਂ ਲਿਖਿਆ ਸਤਿਗੁਰਾਂ ਨੇ ਕਿ ਇਹ ਤੋਂ ਬਚਿਓ। ਪਰ ਜਦੋਂ ਹਲੂਣਾ ਦਿੰਦੇ ਨੇ ਨਾ ਦੁਨੀਆ ਨੂੰ ਸਤਿਗੁਰੂ, ਉਦੋਂ ਕਹਿੰਦੇ ਆ ਦੁਨੀਆ ਦੇ ਲੋਕੋ ਲੋਭੀ ਕਾ ਵੈਸਾ ਨਾ ਕੀਜੈ। ਕਿ ਲੋਭੀ ਬੰਦਾ ਇੱਕ ਐਸਾ ਜ਼ਹਿਰੀਲਾ ਨਾਗ ਹੁੰਦਾ ਜਿਹਦਾ ਰਿਸ਼ਤੇਦਾਰ ਕੋਈ ਹੁੰਦਾ ਹੀ ਨਹੀਂ। ਉਹ ਮਾਇਆ ਪਿੱਛੇ ਮਾਂ ਨੂੰ ਵੀ ਦੱਸ ਸਕਦਾ, ਪਿਓ ਨੂੰ ਵੀ ਦੱਸ ਸਕਦਾ, ਭੈਣ ਭਰਾਵਾਂ ਦਾ ਤਾਂ ਗੱਲ ਹੀ ਕੀ ਹੈ, ਤੇ ਯਾਰ ਦੋਸਤ ਰਿਸ਼ਤੇ ਨਾਤੇ ਤਾਂ ਉਹਦੇ ਲੱਗਦੇ ਕੀ ਹੈ। ਮਹਾਰਾਜ ਕਹਿੰਦੇ ਜਦੋਂ ਫਿਰ ਲੋਭ ਵਾਲੀ ਕਣਸੋ ਸਾਰੇ ਪਾਸੇ ਜਾਂਦੀ ਆ ਨਾ ਕਿ ਲੋਭੀ ਆ, ਫਿਰ ਉਹਦੇ ਕਹਿੰਦੇ ਨੇੜੇ ਵੀ ਕੋਈ ਨਹੀਂ ਢੁਕਦਾ, ਸਭ ਉਹ ਤੋਂ ਹੌਲੀ ਹੌਲੀ ਦੂਰ ਹੋ ਜਾਂਦੇ, ਕਿਉਂਕਿ ਪਤਾ ਲੱਗ ਜਾਂਦਾ ਇਹ ਬੰਦਾ ਪੈਸੇ ਦਾ ਹੀ ਪੁੱਤ ਆ, ਜੇ ਕਿਸੇ ਨਾਲ ਵਰਤਦਾ ਤਾਂ ਪੈਸੇ ਕਰਕੇ ਹੀ। ਤਾਂ ਇਸੇ ਕਾਰਨ ਹੀ ਉਹ ਸਭ ਦੇ ਨੱਕੋਂ ਮੂੰਹੋਂ ਲੈ ਜਾਂਦਾ। ਓਏ ਆਪ ਦੁਖੀ ਸੁਖ ਕਬਹੁ ਨਾ ਪਾਵਹਿ ਜਨਮ ਮਰਹਿ ਮਰ ਜਾਹੇ। ਕਹਿੰਦੇ ਐਸਾ ਜਿਹੜਾ ਲੋਭੀ ਜੀਵ ਆ ਨਾ, ਉਹ ਖੁਦ ਤਾਂ ਦੁਖੀ ਹੁੰਦਾ ਹੀ ਆ, ਖੁਦ ਤਾਂ ਉਹ ਦੁਖੀ ਹੁੰਦਾ, ਸੁੱਖ ਕਦੇ ਵੀ ਨਹੀਂ ਪਾਉਂਦਾ, ਕਿਉਂਕਿ ਲੋਭ ਦੇ ਕਾਰਨ ਉਹ ਆਪਦੇ ਪੁੱਤਾਂ ਧੀਆਂ ਤੱਕ ਨੂੰ ਵੀ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਗੱਲ ਕਾਰਨ ਕਹਿੰਦੇ ਓਏ ਆਪ ਦੁਖੀ ਸੁੱਖ ਕਬਹੁ ਨਾ ਪਾਵਹਿ। ਸੁੱਖ ਕਿਹੜੀ ਗੱਲ 'ਚ ਹੈ? ਜਦੋਂ ਬੰਦਾ ਰੱਬ ਲੱਗਦੀ ਹੱਕ ਸੱਚ ਦੀ ਕਮਾ ਕੇ ਲਿਆਉਂਦਾ,
ਜਦੋਂ ਆਪਦੇ ਹੱਥ ਨਾਲ ਆਪਦੀ ਧੀ ਨੂੰ, ਆਪਦੇ ਪੁੱਤ ਨੂੰ ਵਰਤਣ ਵਾਸਤੇ ਦਿੰਦਾ, ਤੇ ਉਹਦਾ ਪੁੱਤ ਧੀ ਉਹਦੇ ਸਾਹਮਣੇ ਕਿਤੇ ਖਰਚ ਕੇ ਆਉਂਦਾ, ਕੋਈ ਆਪਣੇ ਲਈ ਚੀਜ਼ ਲੈ ਕੇ ਆਉਂਦਾ, ਇਹ ਜਾਣਦੇ ਹੋ ਮਾਂ-ਬਾਪ ਕਿ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ, ਅਜੀਬ ਜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੀ ਕਮਾਈ ਨਾਲ ਕੋਈ ਤੁਹਾਡਾ ਪੁੱਤ ਧੀ ਕੋਈ ਪਹਿਨਣ ਵਾਲੀ ਚੀਜ਼ ਲਿਆਉਂਦਾ ਜਾਂ ਕੋਈ ਖਾਣ ਵਾਲੀ ਲਿਆਉਂਦਾ, ਜਾਂ ਤੁਹਾਡੇ ਪਹਿਨਣ ਨੂੰ ਹੀ ਲਿਆ ਦਿੰਦਾ ਤੁਹਾਡੇ ਪੈਸਿਆਂ 'ਚੋਂ ਹੀ, ਤੇ ਕਿੰਨੀਆਂ ਇੱਕ ਅਜੀਬ ਜਿਹੇ ਝਲਕਾਰੇ ਪੈਂਦੇ ਆ, ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਉਸ ਵੇਲੇ। ਤਾਂ ਮਹਾਰਾਜ ਕਹਿੰਦੇ ਓਏ ਆਪ ਦੁਖੀ ਸੁਖ ਕਬ ਹੁ ਨਾ ਪਾਵ ਹੈ। ਉਹ ਲੋਭ ਦੇ ਕਾਰਨ ਖੁਦ ਵੀ ਨਹੀਂ ਆਪ ਖਰਚ ਕਰਦੇ ਕਾਸੇ ਤੇ ਬੱਚਿਆਂ ਨੂੰ ਵੀ ਨਹੀਂ ਖਰਚ ਕਰਨ ਦਿੰਦੇ। ਕਹਿੰਦੇ ਜਨਮ ਮਰ ਹੈ ਮਰ ਜਾਹੇ, ਉਹ ਸਾਰਾ ਜਨਮ ਆਈ ਮਰਦੇ ਕੱਢ ਦਿੰਦੇ ਆ। ਤੇ ਦਾਨ ਪੁੰਨ ਵਾਲੀਆਂ ਤਾਂ ਗੱਲਾਂ ਹੀ ਬਹੁਤ ਦੂਰ ਰਹਿ ਜਾਂਦੀਆਂ, ਤੇ ਦਸਵੰਧ ਵਾਲੀ ਗੱਲ ਤਾਂ ਘਾਟਾ ਹੀ ਮਾਰ ਦਿਓ। ਉਹਨਾਂ ਤੋਂ ਦਸਵੰਧ ਤਾਂ ਨਿਕਲਣੀ ਕੀ ਹੈ, ਜਿਹੜਾ ਸਕੇ ਧੀ ਪੁੱਤ ਨੂੰ ਨਹੀਂ ਦਿੰਦਾ ਹੈ ਉਹਨੇ ਦਸਵੰਧ ਕੀ ਕੱਢਣਾ। ਤਾਂ ਮਹਾਰਾਜ ਕਹਿੰਦੇ ਓਏ ਆਪ ਦੁਖੀ ਸੁਖ ਕਾਬੂ ਨਾ ਪਾਵੈ। ਕਦੇ ਸੁਖੀ ਨਹੀਂ ਰਹਿੰਦਾ ਲੋਭੀ ਬੰਦਾ, ਕਦੇ ਵੀ। ਉਹਦੇ ਨਾਲ ਜੋ ਕੁਝ ਵੀ ਵਾਪਰਦਾ ਮਾਇਆ ਕਾਰਨ ਹੀ, ਕਈ ਵਾਰ ਤਾਂ ਉਹਦੀ ਜਾਨ ਵੀ ਚਲੀ ਜਾਂਦੀ ਹੈ। ਜਨਮ ਮਰ ਹੈ ਮਰ ਜਾਹੇ, ਬਸ ਉਹ ਜਨਮ ਮਰਨ ਦੇ ਗੇੜ 'ਚ ਹੀ ਪਿਆ ਰਹਿੰਦਾ। ਮਹਾਰਾਜ ਕਹਿੰਦੇ ਅੰਤ ਸਮੇਂ ਜੇ ਮਰਦਿਆਂ ਹੋਇਆਂ ਸੁਰਤ ਮਾਇਆ 'ਚ ਰਹਿ ਜੇ ਤਾਂ ਸੱਪ ਬਣ ਕੇ ਆ ਜਾਂਦਾ, ਫੇਰ ਵੀ ਉੱਥੇ ਹੀ। ਕਦੇ ਉਸੇ ਘਰ 'ਚ ਹੀ ਕੁੱਤਾ ਬਿੱਲਾ ਬਣ ਕੇ ਆ ਗਿਆ, ਕਦੇ ਕੋਈ ਜੀਵ ਬਣ ਕੇ ਆ ਗਿਆ। ਇਹਨਾਂ ਗੱਲਾਂ 'ਚ ਹੀ ਲੋਭੀ ਜੀਵ ਹੋਣ ਕਰਕੇ ਉਲਝਿਆ ਰਹਿੰਦਾ, ਕਦੇ ਵੀ ਉਹਦਾ ਭਲਾ ਨਹੀਂ ਹੁੰਦਾ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਪਰ ਕਹਿੰਦੇ ਉਹ ਮਾਲਕਾਣਾ ਜਿਹੜਾ ਉਹ ਬਖਸ਼ਿੰਦਾ, ਉਹ ਬਿਰਧ ਪਾਲਦਾ ਫਿਰ ਵੀ ਆਪਣਾ, ਕੋਈ ਕੁਛ ਵੀ ਕਰਦਾ ਰਹੇ। ਮਹਾਰਾਜ ਕਹਿੰਦੇ ਉਹ ਜਿਹੜਾ ਮਾਲਕਾਣਾ, ਜਿਹੜਾ ਸਾਰੀ ਦੁਨੀਆ ਦਾ ਪ੍ਰੀਤਮਾ ਸਾਂਝਾ ਮਾਹੀ ਆ, ਜਿਹਦੇ ਅਸੀਂ ਜੀਵ ਆ ਪੂਰੀ ਦੁਨੀਆ ਦੇ ਲੋਕ। ਬਾਬਾ ਜੀ ਕਹਿੰਦੇ ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਕਹਿੰਦੇ ਐਡਾ ਲੋਭੀ ਬੰਦਾ, ਇਸ ਤਰ੍ਹਾਂ ਦਾ ਭ੍ਰਿਸ਼ਟਿਆ ਹੋਇਆ ਬੰਦਾ ਵੀ ਜੇ ਗੁਰੂ ਦੀ ਗੱਲ ਮੰਨ ਲੇ, ਕਦੇ ਉਹਦੇ ਕੰਨ ਬਲੇਲ ਪੈ ਜੇ, ਕਦੇ ਬਾਣੀ ਪੜ੍ਹ ਸੁਣ ਲਵੇ, ਤੇ ਗੁਰੂ ਦੇ ਚਰਨਾਂ ਕੰਨੀ ਉਹਦਾ ਚਿੱਤ ਚਲਿਆ ਜਾਵੇ। ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਬਾਹਲੇ ਚੱਕਰਾਂ 'ਚ ਸਤਿਗੁਰਾਂ ਨੇ ਸਾਡਿਆਂ ਨੇ ਕਿਸੇ ਨੂੰ ਪਾਇਆ ਹੀ ਨਹੀਂ। ਜੇ ਅੱਜ ਅਸੀਂ ਚੱਕਰਾਂ 'ਚ ਪਏ ਵੇ ਹਾਂ ਤਾਂ ਸਾਡੇ ਪ੍ਰਚਾਰਕਾਂ ਦੇ ਪਾਏ ਵੇ ਹਾਂ, ਕੱਟੜ ਲੋਕਾਂ ਦੇ ਪਾਏ ਵੇ ਹਾਂ। ਸਤਿਗੁਰਾਂ ਦੀ ਬਾਣੀ 'ਚੋਂ ਤੁਹਾਨੂੰ ਕਦੇ ਕੱਟੜਤਾ ਨਹੀਂ ਮਿਲੂ। ਦੇਖੋ ਤਾਹਾਂ ਕਿਹੋ ਜਿਹੇ ਬੰਦੇ ਦੀ ਦ੍ਰਿਸ਼ਟੀ ਦਿਖਾਈ ਆ ਲੋਭੀ ਦੀ, ਕਿਵੇਂ ਕਰਦੇ ਆ। ਪਰ ਫਿਰ ਵੀ ਮਹਾਰਾਜ ਕਹਿੰਦੇ ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿੱਤ ਲਾਹੇ। ਜੇ ਤੁਹਾਡਾ ਚਿੱਤ ਗੁਰੂ ਚਰਨਾਂ ਕੰਨੀ ਆ ਗਿਆ, ਖੇਡ ਸਾਰੀ ਚਿੱਤ ਦੀ ਹੋਈ ਆ। ਮਹਾਰਾਜ ਕਹਿੰਦੇ ਜਦੋਂ ਤੁਹਾਡੇ ਗੱਲ ਤਾਂ ਚੇਤੇ ਵਾਲੀ ਤੇ ਨਿਬੜਨੀ ਆ, ਬਾਹਰੀ ਡੰਡਕ ਮੰਡਕ ਕਿਸੇ ਨੇ ਨਹੀਂ ਵੇਖਣੇ। ਆਹ ਪਹਿਰਾਵੇ ਨਹੀਂ ਚੱਲਦੇ ਕਿਤੇ ਵੀ, ਆਹ ਜਾਤਾਂ ਪਾਤਾਂ ਦੇ ਵਿਮਾਨ ਨਹੀਂ ਚੱਲਦੇ। ਕਹਿਣ ਨੂੰ ਕਹਿਣਾ ਪੈਂਦਾ ਮੈਂ ਫਲਾਨੇ ਦੀ ਅੰਸਾਂ, ਮੈਂ ਇਹ ਆ ਬੋਆਂ, ਇਹ ਚੱਲਦੀਆਂ ਨਹੀਂ ਗੱਲਾਂ। ਇੱਧਰਲੇ ਪਾਸੇ ਇਹ ਜ਼ੀਰੋ ਤੋਂ ਵੀ ਥੱਲੇ ਆ। ਠੀਕ ਆ, ਸਾਡੇ ਸਮਾਜ 'ਚ ਇਹਨਾਂ ਚੀਜ਼ਾਂ ਦੀ ਮਾਨਤਾ ਹੈਗੀ, ਪਿਆਰ ਸਤਿਕਾਰ ਹੈਗਾ, ਠੀਕ ਆ ਗੱਲ। ਪਰ ਦਰਗਾਹੀ ਨਿਯਮਾਂ ਅਨੁਸਾਰ ਇਹ ਗੱਲਾਂ ਕੁਛ ਵੀ ਮਾਇਨੇ ਨਹੀਂ ਰੱਖਦੀਆਂ, ਕੁਛ ਵੀ ਜ਼ੀਰੋ ਤੋਂ ਵੀ ਥੱਲੇ ਆ। ਤਾਂ ਮਹਾਰਾਜ ਕਹਿੰਦੇ ਹੈ ਫਿਰ ਉੱਪਰ ਕੀ, ਜੇ ਗੁਰਚਰਨੀ ਚਿੱਤ ਲਾਹੇ। ਤੁਹਾਡੇ ਚਿੱਤ ਦੇ ਵਿੱਚ ਸੱਚੇ ਮਾਲਕ ਦੀ ਯਾਦ ਆ ਜਾਵੇ, ਸੱਚੇ ਨਾਨਕ ਦੀ ਯਾਦ ਆ ਜਾਵੇ, ਗੁਰ ਗੋਬਿੰਦ ਚੇਤੇ 'ਚ ਵਸ ਜਾਵੇ। ਉਹ ਨਿਰੰਕਾਰ ਦਾ ਜਿੰਨੇ ਸਰੂਪ ਨੇ, ਕੋਈ ਸਰੂਪ ਹੀ ਤੁਹਾਡੇ ਚੇਤੇ 'ਚ ਉਤਰਿਆ ਆਵੇ, ਤੁਸੀਂ ਉਹਨੂੰ ਕਹਿ ਦਿਓ ਕਿ ਤੂੰ ਮੇਰਾ, ਮੈਨੂੰ ਤੂੰ ਆਪਣਾ ਲੱਗਦਾ। ਕਿਸੇ ਰੂਪ ਨੂੰ ਵੀ ਧਿਆਲੋ ਉਹਦੇ ਨੂੰ, ਕਿਸੇ ਨੂੰ ਵੀ। ਬਲਿਹਾਰ ਜਾਊਂ ਜੇਤੇ ਤੇਰੇ ਨਾਮ ਹੈ। ਸਤਿਗੁਰੂ ਕਹਿੰਦੇ ਸਾਰੇ ਨਾਮ ਹੀ ਤੇਰੇ ਹੈ, ਸਾਰੀਆਂ ਮੂਰਤਾਂ ਹੀ ਤੇਰੀਆਂ। 10ਵੇਂ ਪਾਤਸ਼ਾਹ ਨੇ ਤਾਂ ਜਾਪ ਸਾਹਿਬ 'ਚ 1100 ਵਾਰੀ ਨਮਸਕਾਰ ਹੀ ਕੀਤੀ ਆ ਉਹਨੂੰ, ਕਿ ਸਾਰੇ ਰੂਪ ਹੀ ਤੇਰੇ ਆ। ਹਨੇਰੇ ਨੂੰ ਵੀ ਨਮਸਕਾਰ ਕਰਤੀ ਕਿ ਹਨੇਰਿਆ ਤੈਨੂੰ ਵੀ ਨਮਸਕਾਰ, ਪ੍ਰਕਾਸ਼ ਨੂੰ ਵੀ ਨਮੋ, ਸਾਰੇ ਕਾਸ ਨੂੰ। ਕਿੰਨਾ ਨਰਮ ਦਿਲ ਸਤਿਗੁਰੂ, ਜਿਹੜੇ ਸਾਨੂੰ ਵਾਰੀ-ਵਾਰੀ ਦੱਸਦੇ ਨੇ ਕਿ ਚੇਤਾ ਜਿਹੜਾ ਤੁਹਾਡਾ ਨਾ, ਇਹਨੂੰ ਗੁਰੂ ਬੰਨੀ ਲਿਆਓ। ਹੋਰ ਗੱਲਾਂ ਕਰ ਲਓ, ਫਿਕਰ ਫਾਕੇ ਜੋ ਮਰਜ਼ੀ ਕਰ ਲਓ ਜ਼ਿੰਦਗੀ 'ਚ, ਜਿਹੜੀ ਇੱਕ ਓਟ ਹੁੰਦੀ ਹੈ ਨਾ ਅੰਦਰ, ਜਿਹੜਾ ਸਾਡਾ ਟਿਕਾਣਾ, ਜਿਹੜਾ ਚਿੱਤ ਹੈ, ਉਹ ਗੁਰੂ ਵੱਲ ਹੋਣਾ ਚਾਹੀਦਾ। ਤੇ ਸਾਥੋਂ ਰੌਲਾ ਹੀ ਇਹ ਰਹਿ ਜਾਂਦਾ, ਚਿੱਤ ਸਾਡਾ ਰਹਿੰਦਾ ਮਾਇਆ ਕੰਨੀ, ਗੱਲਾਂ ਰਹਿੰਦੀਆਂ ਗੁਰੂ ਕੰਨੀ। ਇਹ ਫਿਰ ਗੱਲ ਚੱਲਦੀ ਨਹੀਂ। ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਉਗਬੈ, ਮੂੰਹ ਕਾ ਕਿਹਾ ਬਾਓ। ਜਿਹੜੀ ਗੱਲ ਚਿੱਤ 'ਚ ਚੱਲਦੀ ਆ ਨਾ, ਨਿਪਟਾਰੇ ਤਾਂ ਉਹਦੇ 'ਤੇ ਹੋਣੇ ਆ। ਉਹ ਸਕੈਨ ਬੜੀ ਭੈੜੀ ਕਰਦਾ, ਸਕੈਨਿੰਗ ਦੇ ਵਿੱਚ ਆ ਜਾਂਦਾ ਤੇਰੇ ਅੰਦਰ ਕੀ ਆ। ਤੇ ਮਹਾਰਾਜ ਕਹਿੰਦੇ ਅੰਦਰ ਨੂੰ ਸਾਂਭ ਕੱਲੇ ਨੂੰ, ਬਾਹਰੋਂ ਤੇਰਾ ਪਹਿਰਾਵਾ ਕੀ ਆ, ਕਿਹੇ ਜਾਂ ਨਹੀਂ,
ਇਹ ਗੱਲਾਂ ਉੱਥੇ ਮੈਟਰ ਹੀ ਨਹੀਂ ਕਰਦੀਆਂ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿੱਤ ਲਾਹੇ। ਚਿੱਤ ਤੇਰਾ ਗੁਰੂ ਚਰਨਾਂ ਵੱਲ ਲੱਗ ਜਾਵੇ ਤਾਂ ਤੂੰ ਵੀ ਬਖਸ਼ਿਆ ਜਾਏਗਾ। ਅੱਗੇ ਸਤਿਗੁਰੂ ਕੀ ਕਹਿੰਦੇ ਨੇ ਪੌੜੀ, ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ, ਸਈ ਵਿਚਖਣ ਜੰਤ ਜਿਨੀ ਹਰ ਧਿਆਇਆ। ਮਹਾਰਾਜ ਕਹਿੰਦੇ ਉਹ ਸੰਤ, ਉਹ ਭਗਤ ਪ੍ਰਵਾਨ ਹੈ ਜੋ ਪ੍ਰਭ ਭਾਇਆ, ਜਿਹੜੇ ਉਹਨੂੰ ਭਾ ਜਾਂਦੇ ਆ। ਮਿਹਨਤ ਦੇਖੋ ਸਾਰੇ ਕਰਦੇ ਆ, ਅਸੀਂ ਵਿਦਿਆਰਥੀ ਹੁੰਦੇ ਆ, ਸਾਰੇ ਪੇਪਰ ਸਾਰੇ ਦਿੰਦੇ ਆ, ਪਰ ਪਾਸ ਉਹੀ ਹੁੰਦੇ ਆ ਜਿਹੜੇ ਉਹ ਨੰਬਰਾਂ 'ਚ ਆ ਜਾਂਦੇ ਆ, ਹੈ ਨਾ। ਹਰ ਕੋਈ ਮਿਹਨਤ ਕਰਦਾ, ਹਰ ਕੋਈ ਸੋਚਦਾ, ਹਰ ਕੋਈ ਆਪਣੇ ਵੱਲੋਂ ਐਫਟ ਲਾਉਂਦਾ। ਮਹਾਰਾਜ ਕਹਿੰਦੇ ਪਰ ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ। ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ, ਉਹੀ ਕਬੂਲ ਹਨ। ਬੜੀ ਕਿਰਪਾ ਕਰਦਾ ਸਈ ਵਿਚਖਣ ਜੰਤ ਜਿਨੀ ਹਰ ਧਿਆਇਆ। ਵਿਚਖਣ ਜਾਣੀ ਸਿਆਣੇ, ਉਹੀ ਸਿਆਣੇ ਆ ਇਸ ਦੁਨੀਆ 'ਚ। ਸਤਿਗੁਰੂ ਕਹਿੰਦੇ ਜਿਨੀ ਹਰ ਧਿਆਇਆ। ਹੁਣ ਇੱਥੇ ਨਾ ਲਫ਼ਜ਼ਾਂ ਨੂੰ ਸਮਝ ਲਿਓ। ਸਾਡਾ ਜਿੰਨਾ ਰੌਲਾ ਗੌਲਾ ਅਸੀਂ ਦੇਖਿਆ ਇਹਨਾਂ 40 ਸਾਲਾਂ 'ਚ, 20 ਕਹਿ ਲਓ 10 ਸਾਲ ਦੀ ਉਮਰ 'ਚ ਸੁਰਤ ਬਿਰਤ ਸਮਝ ਗਈ ਸੀ, ਇੱਥੇ ਨੇੜੇ ਪਾਠ ਪੂਜਾ ਕਰਦੇ ਸੀ, ਸਾਰਾ ਕੁਝ ਕਰਦੇ ਸੀ। 20 ਸਾਲ ਆਮ ਵਰਤਾਰਾ ਰਿਹਾ ਤੇ 20 ਸਾਲ ਸਾਨੂੰ ਘੁਮਾਇਆ ਪੂਰੇ ਫੀਲਡ 'ਚ। ਜਿੰਨੇ ਸਾਧੂ ਸੰਤ ਗੁਰੂ ਪੀਰ ਹਰ ਤਰ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਬਿਨ ਖਰਚੇ ਪੱਠੇ ਤੋਂ ਦਸਤਾਰ ਦਾ ਕਰਕੇ ਅਗਲਾ ਪਿਆਰ ਨਹੀਂ ਬੁਲਾਉਂਦਾ ਸੀ, ਪਿਆਰ ਨਹੀਂ ਸਾਧਦਾ ਸੀ, ਭੇਟਾ ਵੀ ਦਿੰਦਾ ਸੀ। ਹਰ ਥਾਂ ਜਾਣ ਦਾ ਮੌਕਾ ਦਿੱਤਾ। ਤੇ ਫਿਰ ਪਤਾ ਕੀ ਲੱਗਿਆ, ਮਹਾਰਾਜ ਕਹਿੰਦੇ ਸਿਆਣੇ ਕੌਣ ਆ, ਸਈ ਵਿਚਖਣ ਜੰਤ ਜਿਨੀ ਹਰ ਧਿਆਇਆ। ਤੇ ਅਸੀਂ ਥਾਂ ਥਾਂ ਜਾ ਕੇ ਦੇਖਿਆ ਕਿ ਧਿਆਉਣ ਵਾਲੀ ਗੱਲ ਨੂੰ ਪਤਾ ਨਹੀਂ ਕਿਹੜੀ ਗੱਲ ਦੇ ਅਧੀਨ ਸਾਡੀ ਕੌਮ ਨੇ ਕਾਟਾ ਹੀ ਮਾਰ ਰੱਖਿਆ। ਜਿਹਦੇ ਕੋਲ ਵੀ ਗੱਲ ਕਰੀਦੀ ਸੀ ਆ, ਹੁਣ ਤਾਂ ਬੋਲਣ ਲੱਗਿਆ ਚਲੋ YouTube ਦਾ ਯੁੱਗ ਆ ਗਿਆ, ਆਪਾਂ ਕਹਿ ਰਹੇ ਹਾਂ ਬੈਠੇ, ਪਰ ਜੇ ਆਮ ਕਿਤੇ ਗੱਲ ਕਰਗੇ, ਨਹੀਂ ਜੀ ਸਾਨੂੰ ਤਾਂ ਪਾਠ ਕਰਨ ਨੂੰ ਕਿਹਾ। ਫਿਰ ਜੇ ਸਵਾਲ ਕਰਗੇ ਵੀ ਪਾਠ ਦੇ ਵਿੱਚ ਕੀ ਦੱਸਿਆ, ਉਹ ਵੀ ਤਾਂ ਕਰਨਾ ਹੀ ਪੈਣਾ ਨਾ। ਜੇ ਸਾਨੂੰ ਸਾਡੇ ਮਾਤਾ ਪਿਤਾ ਨੇ ਕੋਈ ਲੈਟਰ ਲਿਖ ਕੇ ਦੇਤਾ ਕਿ ਜਿੱਥੇ ਤੁਸੀਂ ਚੱਲਿਓ ਉੱਥੇ ਇਸ ਤਰ੍ਹਾਂ ਦਾ ਘਰ ਹੈ, ਇਸ ਤਰ੍ਹਾਂ ਦੀ ਰਸੋਈ ਆ, ਉਹਦੇ 'ਚ ਆਹ ਚੀਜ਼ਾਂ ਪਈਆਂ, ਖਾਣਾ ਦਾਣਾ ਇੱਥੇ ਪਿਆ, ਜਦੋਂ ਹੀ ਭੁੱਖ ਲੱਗੂਗੀ ਇਸ ਤਰ੍ਹਾਂ ਬਣਾ ਕੇ ਛਕ ਲਿਓ। ਹੁਣ ਉਹ ਅਸੀਂ ਚਿੱਠੀ ਜ਼ਰੂਰ ਥੋੜ੍ਹੀ ਪੜ੍ਹੀ ਜਾਵਾਂਗੇ ਸਾਰਾ ਦਿਨ, ਫਿਰ ਤਾਂ ਭੁੱਖੇ ਹੀ ਮਰਾਂਗੇ। ਚਿੱਠੀ ਪੜ੍ਹ ਲਿਆ ਕਰਾਂਗੇ ਵੀ ਇੱਥੇ ਆਹ ਪਿਆ ਤੇ ਬਣਾ ਕੇ ਸਕੋ, ਸਤਿਨਾਮ ਸ੍ਰੀ ਵਾਹਿਗੁਰੂ। ਇੰਨਾ ਕੁ ਸਾਨੂੰ ਪਤਾ ਕਿ ਅਸੀਂ ਜਾਵਾਂਗੇ, ਚਿੱਠੀ ਤਾਂ ਇੱਕ ਵਾਰ ਕੋਈ ਪੜ੍ਹਾਂਗੇ ਕਿ ਕਿਹੜੇ ਕਿਹੜੇ ਰੂਮ 'ਚ ਕੀ ਪਿਆ, ਕਿੱਥੇ ਹੈਗਾ। ਇੱਕ ਵਾਰੀ ਦੇਖਣ ਤੋਂ ਬਾਅਦ ਉਹਨੂੰ ਰੱਖ ਦਿਆਂਗੇ ਸਾਂਭ ਕੇ, ਮੁੜ ਕੇ ਅਸੀਂ ਉਹ ਸਮਾਨ ਚੱਕਾਂਗੇ, ਉਹ ਆਟਾ ਸਾਣਾਂਗੇ, ਗੁੰਨਾਂਗੇ, ਦਾਲ ਸਬਜ਼ੀ ਬਣਾਵਾਂਗੇ, ਫਿਰ ਛਕਾਂਗੇ ਵੀ। ਇਹ ਕਿਰਿਆ ਕਰਨੀ ਪੈਣੀ ਆ। ਪਾਠ ਕਰਕੇ ਹੀ ਹਟ ਜਾਣਾ ਸਰਦਾ ਨਹੀਂ ਇਹਦੇ ਨਾਲ। ਪਾਠ ਦੇ ਵਿੱਚ ਕਿਹਾ ਕੀ ਆ, ਪਾਠ ਦੇ ਵਿੱਚ ਚੇਤੇ ਕਰਨ ਨੂੰ ਕਿਹਾ, ਪਾਠ ਦੇ ਵਿੱਚ ਧਿਆਉਣ ਨੂੰ ਕਿਹਾ। ਇਹੀ ਤਾਂ ਮਿਹਨਤ ਤੋਂ ਬਾਅਦ ਸ਼ੁਰੂ ਹੋਣੀ ਆ, ਤਪ ਸ਼ੁਰੂ ਹੋਣਾ। ਜਦੋਂ ਸਾਡੀ ਮਾਇਆ ਜਾਲ ਜਿਹੜਾ ਸਾਨੂੰ ਸਿਖਾਇਆ, ਸਾਡੀ ਕੱਟੜਤਾ ਨੇ, ਸਾਡੇ ਆਸੇ-ਪਾਸੇ ਨੇ ਨਫ਼ਰਤਾਂ ਕਰਨੀਆਂ, ਕਿਸੇ ਨੂੰ ਨੀਵਾਂ ਮੰਨਣਾ, ਕਿਸੇ ਨੂੰ ਉੱਚਾ ਮੰਨਣਾ, ਤੇ ਜਦੋਂ ਗੁਰੂ ਦੀ ਹਜ਼ੂਰੀ 'ਚ ਜਾਵਾਂਗੇ, ਪਾਠ ਕਰਾਂਗੇ, ਉਹ ਕਹਿੰਦਾ ਸਭਨਾ ਜੀਆਂ ਕਾ ਇੱਕ ਦਾਤਾ। ਹੁਣ ਜਾਂ ਤਾਂ ਉਹ ਕੱਟੜ ਪ੍ਰਚਾਰਕਾਂ ਦੀ ਮੰਨ ਲਾ ਜਾਂ ਗੁਰੂ ਨਾਨਕ ਦੀ ਮੰਨ ਲਾ, ਇੱਕ ਪਾਸੇ ਹੋਣਾ ਪੈਣਾ। ਪ੍ਰਚਾਰਕਾਂ ਦੀ ਮੰਨੋਗੇ ਨਰਕਾਂ ਦਾ ਰਾਹ, ਉਹਨਾਂ ਨੇ ਤਾਂ ਖੜਾ ਕਿਤੇ ਛਡਾਉਣਾ ਹੀ ਨਹੀਂ। ਗੁਰੂ ਨਾਨਕ ਦੀ ਮੰਨੋਗੇ, ਗੁਰੂ ਨਾਨਕ ਨੇ ਬਚਾ ਲੈਣਾ। ਉਹਨੇ ਕਹਿਣਾ ਕਿ ਇਹਨੇ ਮੇਰੇ ਹੱਕ 'ਚ ਖੜਿਆ, ਮੇਰੀ ਗੱਲ ਸੁਣੀ ਤਾਂ ਮੈਂ ਜ਼ਿੰਮੇਵਾਰ ਹਾਂ ਤੇਰਾ। ਗੁਰੂ ਸਾਹਿਬ ਦੇ ਨਾਂ 'ਤੇ ਬਥੇਰੀਆਂ ਕੱਟੜਤਾਂ ਵਾਲੇ ਹੈਗੇ ਪ੍ਰਚਾਰਕ, ਪਰ ਗੁਰੂ ਦੇ ਸਰ ਨਾ ਆਉਂਗੇ ਉਹ ਤਾਂ ਭਾਈ ਘਨਈਏ ਨੂੰ ਕਹਿੰਦੇ ਵੀ ਮੱਲਮ ਵੀ ਚੱਕ ਡੱਬੀ। ਵਾਕਈ ਤੇਰੀ ਗੱਲ ਸਹੀ ਹੈ ਭਾਈ, ਉਹੀ ਆ ਸਾਰੇ ਥਾਈਂ। ਅਸੀਂ ਆਪ ਹੀ ਹਾਂ ਸਭ ਥਾਈਂ। ਤੈਨੂੰ ਸਾਡਾ ਹੀ ਦਿਖਦਾ ਚਿਹਰਾ ਤਾਂ ਅਸੀਂ ਕੋਈ ਹਾਂ, ਤੇ ਗੁਰੂ ਦੀ ਮੰਨਣੀ ਤੇ ਇੱਧਰ ਆ ਜਾਓ। ਗੁਰੂ ਤਾਂ ਕਹਿੰਦਾ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਤੇ ਕੱਟੜ ਪ੍ਰਚਾਰਕ ਸਾਡੇ ਕੀ ਕਰਾਉਂਦੇ, ਸਾਥੋਂ ਨਫ਼ਰਤ, ਉਹਨੂੰ ਬੁਲਾਉਣਾ ਨਹੀਂ, ਉਹਦੇ ਕੋਲ ਖੜਨਾ ਨਹੀਂ, ਉਹਦੇ ਕੋਲ ਜਾਣਾ ਨਹੀਂ, ਉਹਦੇ ਹੱਥ ਦਾ ਨਹੀਂ ਖਾਣਾ, ਉਹਦਾ ਹੱਥ ਨਾ ਲੱਗ ਜਿਆ। ਗੱਲਾਂ 'ਚ ਉਲਝ ਕੇ ਅਸੀਂ ਆਪਣੇ ਆਪੇ ਤੋਂ ਤਾਂ ਦੂਰ ਜਾ ਹੀ ਰਹੇ ਹਾਂ, ਅਸੀਂ ਬਾਣੀ ਤੋਂ ਵੀ ਦੂਰ ਜਾ ਰਹੇ ਹਾਂ। ਸਤਿਗੁਰੂ ਕੀ ਕਹਿੰਦੇ ਨੇ, ਸਈ ਵਿਚਖਣ ਜੰਤ, ਉਹੀ ਜੰਤ ਸਿਆਣੇ ਆ ਜਿਨੀ ਹਰ ਧਿਆਇਆ। ਹੁਣ ਇਹ ਵੀ ਪਾਠ 'ਚ ਹੀ ਪਤਾ ਲੱਗ ਜਾਣਾ ਸਾਨੂੰ ਹਰੀ ਨੂੰ ਧਿਆਈ ਦਾ ਕਿਵੇਂ ਆ, ਹਰੀ ਕੌਣ ਆ, ਉਹ ਕਿੱਥੇ ਰਮਿਆ ਹੋਇਆ, ਹਰੀ ਕਿੱਥੇ ਬੈਠਾ ਅੰਦਰ, ਉਹਦੇ ਐਡਰੈਸ ਵੀ ਸਹਿਜ ਮਾਰਗ 'ਚ ਲਿਖੇ ਹੋਏ ਆ ਬਾਣੀ 'ਚ। ਇਹ ਗੱਲਾਂ ਅਸੀਂ ਜਦੋਂ ਪਾਠ ਕਰਦੇ ਆ ਨਾ, ਉਦੋਂ ਵਿਚਾਰਿਆ ਕਰਕੇ ਇਕੱਲੀ ਲੈਣ।
ਤੇ ਜਿਹੜਾ ਅੱਖਰ ਲਿਖਿਆ ਉਸੇ ਨੂੰ ਪੜ੍ਹ ਕੇ ਉਵੇਂ ਮੰਨੀਏ। ਜਿੱਥੇ ਜਿਹੜੀ ਗੱਲ ਧਿਆਉਣ ਨੂੰ ਕਿਹਾ ਉਸੇ ਗੱਲ ਨੂੰ ਧਿਆਈਏ, ਫਿਰ ਸਾਨੂੰ ਸਮਝ ਪੈਣੀ ਆ। ਤਾਂ ਸਤਿਗੁਰੂ ਕੀ ਕਹਿੰਦੇ ਆ, ਸਈ ਵਿਚਖਣ ਜੰਤ ਜਿਨੀ ਹਰ ਧਿਆਇਆ। ਧਿਆਉਣਾ ਪੈਣਾ, ਧਿਆਨ ਬਿਨਾਂ ਖੜਾ ਨਹੀਂ ਛੁੱਟਦਾ। ਜਿੰਨਾ ਚਿਰ ਤੁਹਾਡੇ ਧਿਆਨ 'ਚ ਗੱਲ ਨਹੀਂ ਆਉਂਦੀ ਤੇ ਤੁਸੀਂ ਧਿਆਉਂਦੇ ਨਹੀਂ ਹੋ, ਤੁਹਾਡੇ ਕਪਾਟ ਨਹੀਂ ਖੁੱਲਣਗੇ, ਗਿਆਨ ਅੰਜਨ ਨਹੀਂ ਮਿਲੂਗਾ, ਸਮਝ ਨਹੀਂ ਵਧੂਗੀ। ਸਮਝ ਬਿਨਾਂ ਸਹਿਜ ਦਾ ਘਰ ਨਹੀਂ ਮਿਲਦਾ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ। ਸਤਿਗੁਰੂ ਕਹਿੰਦੇ ਉਹਦਾ ਜਿਹੜਾ ਨਾਮ ਆ ਨਾ, ਮਿਰਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਆ ਉਹ, ਆਤਮਾ ਦਾ ਆਸਰਾ ਉਹ। ਜਿਵੇਂ ਆ ਬਾਹਰੀ ਭੋਜਨ ਆ ਨਾ ਜਿਹੜਾ, ਇਹ ਸਾਡੇ ਸਰੀਰ ਦਾ ਆਸਰਾ, ਇਹ ਆਧਾਰ ਦਿੰਦਾ ਸਰੀਰ ਨੂੰ। ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ, ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ। ਕਦੇ ਦੇਖਿਓ ਭੁੱਖੇ ਰਹਿ ਕੇ ਇੱਕ ਅੱਧਾ ਦਿਨ, ਫਿਰ ਪਤਾ ਲੱਗਦਾ ਜਦੋਂ ਕੋਈ ਪਦਾਰਥ ਮਿਲ ਜਾਂਦਾ ਕਿਵੇਂ ਉਹ ਆਧਾਰ ਦਿੰਦਾ ਸਰੀਰ ਨੂੰ, ਕਿਵੇਂ ਅੱਖਾਂ 'ਚ ਚਾਨਣ ਦੁਬਾਰੇ ਆ ਜਾਂਦਾ, ਕਿਵੇਂ ਤ੍ਰਿਪਤੀ ਆ ਜਾਂਦੀ ਹੈ। ਉਵੇਂ ਜਿਵੇਂ ਉਹਨੂੰ ਧਿਆਉਣ ਨਾਲ, ਹਰੀ ਨਾਮ ਨੂੰ ਚਿਤਵਣ ਨਾਲ ਅੰਦਰ ਅੰਮ੍ਰਿਤ ਪੈਦਾ ਹੁੰਦਾ, ਰਸ ਮਿਲਦਾ ਅੰਦਰੋਂ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਉਹਦਾ ਭੋਜਨ ਮਿਲਦਾ ਅੰਦਰੋਂ, ਤੇ ਤ੍ਰਿਪਤੀ ਆਤਮਿਕ ਜੀਵਨ ਦਾ ਖਜ਼ਾਨਾ ਮਿਲ ਜਾਂਦਾ। ਆਪਣੇ ਆਪ 'ਚ ਹੀ ਚੜ੍ਹਦੀ ਕਲਾ 'ਚ ਰਹਿਣਾ ਸ਼ੁਰੂ ਹੋ ਜਾਂਦਾ। ਸੰਤ ਜਨਾ ਕੀ ਧੂਰ ਮਸਤਕ ਲਾਇਆ। ਅਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਸੰਬੰਧਿਤ ਰਹੀਏ। ਸਾਡੀ ਹੁਣ ਪੂਰੀ ਕੋਸ਼ਿਸ਼ ਆ ਕਿ ਅਸੀਂ ਨਾ ਕੋਈ ਨੈਗੇਟਿਵ ਸ਼ਬਦ ਵਰਤੀਏ ਤਾਂ ਕਿ ਬਾਹਰੀ ਗੱਲਾਂ ਨਾ ਚੱਲ ਪੈਣ। ਪਰ ਨਾਲ ਫਿਰ ਕਹਿਣਾ ਪੈਂਦਾ, ਜਦੋਂ ਫਿਰ ਵਾਰੀ ਬਾਹਰ ਸੁਣਦੇ ਆ ਸਾਰੇ ਪਾਸੇ ਇਕੱਲਾ ਇੱਕੋ ਹੀ ਜ਼ੋਰ ਲੱਗਿਆ ਪਿਆ ਕਿ ਸਾਧੂ ਸੰਤ ਨਹੀਂ ਹੁੰਦੇ। ਸਾਰੀ ਜ਼ਿੰਦਗੀ ਲਾਤੀ ਵਿਚਾਰਿਆਂ ਨੇ, ਕੁਛ ਬੰਦਿਆਂ ਨੇ ਇਹੀ ਪ੍ਰਚਾਰ ਕਰਨ ਤੇ ਦਸੇ ਗੁਰੂ ਸਾਰੇ ਭਗਤ ਸੰਤ ਕਹਿੰਦੇ ਸੰਤ ਹੁੰਦੇ ਆ, ਸਾਧੂ ਹੁੰਦੇ ਆ। ਜੇ ਗੁਰੂ ਸਾਹਿਬ ਦੀ ਗੱਲ ਮੰਨਣੀ ਆ ਤਾਂ ਜੋ ਲਿਖਿਆ ਵਾ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਇਹਦੇ ਹੁਣ ਅਰਥ ਉਲਟ ਸੁਲਟ ਵੀ ਨਹੀਂ ਕਰ ਸਕਦੇ ਕਿਸੇ ਪਾਸੇ, ਸਿੱਧਾ ਲਿਖਿਆ ਹੋਇਆ। ਜਿਹੜੇ ਸਾਧੂ ਹੋ ਜਾਂਦੇ ਆ, ਜਿਹੜੇ ਉਹਦੇ ਜਨ ਹੋ ਜਾਂਦੇ ਆ, ਆਪਣਾ ਆਪਾ ਕੁਰਬਾਨ ਕਰ ਦਿੰਦੇ ਆ, ਜਿਹਦੇ ਅੰਤਰਾਤਮੇ ਵੀ ਉਹੀ, ਸ਼ਬਦਾਂ 'ਚ ਵੀ ਉਹੀ, ਧਿਆਨ 'ਚ ਵੀ ਉਹੀ, ਗਿਆਨ 'ਚ ਵੀ ਉਹੀ, ਤੂੰ ਹੀ ਤੂੰ ਚੱਲ ਪੈਂਦਾ। ਤੇ ਉਹ ਸੰਤ ਆ ਜਿਹੜੇ ਉਹਦੇ ਜਨ ਹੈ, ਕਹਿੰਦੇ ਉਹਨਾਂ ਦੇ ਤਾਂ ਜਿੱਥੇ ਚਰਨ ਪੈ ਜਾਣ ਨਾ, ਧਰਤੀ ਨੂੰ ਭਾਗ ਲੱਗ ਜਾਂਦੇ ਆ। ਤੇ ਉਹਨਾਂ ਦੇ ਚਰਨਾਂ ਦੀ ਧੂੜੀ ਮਸਤਕ ਤੇ ਲਾਉਣ ਨਾਲ ਲੇਖ ਬਦਲ ਦਿੰਦੀ ਆ। ਬਾਣੀ ਕਹਿੰਦੀ ਹੈ ਭਾਈ, ਪੜ੍ਹ ਲਓ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਮੱਥੇ ਤੇ ਸੰਤਾਂ ਦੇ ਚਰਨ ਧੂੜ ਆਪਣੇ ਮੱਥੇ ਤੇ ਲਾਉਂਦੇ ਆ। ਨਾਨਕ ਭਏ ਪਨੀਤ ਹਰ ਤੀਰਥ ਨਹਾਇਆ। ਕਹਿੰਦੇ ਕੀ ਹੋ ਜਾਊਗਾ ਸੰਤਾਂ ਦੀ ਧੂੜੀ ਮੱਥੇ ਤੇ ਲਾਇਆ, ਅੰਮ੍ਰਿਤ ਭੋਜਨ ਛਕਿਆ, ਕੀ ਬਣ ਜਾਂਦਾ? ਕਹਿੰਦੇ ਪਤਿਤ ਤੋਂ ਮਨੁੱਖ ਪਨੀਤ ਹੋ ਜਾਂਦਾ। ਨਾਲ ਨਾਨਕ ਦੇ ਨਾਮ ਦੀ ਮੋਹਰ ਲਾਈ ਹੈ ਸਤਿਗੁਰਾਂ ਨੇ। ਨਾਨਕ ਭਏ ਪਨੀਤ ਹਰ ਤੀਰਥ ਨਹਾਇਆ। ਹਰੀ ਦਾ ਜਿਹੜਾ ਤੀਰਥ ਆ ਨਾ, ਹੈ ਕਿੱਥੇ? ਸਾਡੇ ਅੰਦਰ। ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭਲਾਹੀ। ਅਸੀਂ ਗੁਰਬਾਣੀ ਨੂੰ ਜਦੋਂ ਜਾਣਨਾ, ਮੰਨਣਾ, ਪੜ੍ਹਨਾ, ਇਹ ਸਮਝ ਡਿਵੈਲਪ ਕਰਨੀ ਹੈ ਕਿ ਸਤਿਗੁਰਾਂ ਨੇ ਸਾਨੂੰ ਦੱਸਿਆ ਹੋਇਆ ਕਿ ਸਭ ਕੁਝ ਮਿਲਣਾ ਇਸ ਘਰ 'ਚੋਂ ਹੀ ਹੈ। ਇਹ ਪਿੰਡ ਦੇ ਵਿੱਚ ਹੀ ਪੂਰੇ ਬ੍ਰਹਮੰਡ ਦੀਆਂ ਸ਼ਕਤੀਆਂ ਦੇ ਬਟਨ ਲੱਗੇ ਹੋਏ ਆ। ਇਹ ਪਿੰਡ 'ਚ ਹੀ ਖੋਜਣਾ ਸਭ ਕੁਝ। ਜੇ ਕਿਤੇ ਮੌਕਾ ਲੱਗੇ ਨਾ, ਆਕੂ ਪ੍ਰੈਸ਼ਰ ਵਾਲੀਆਂ ਵੱਡੀਆਂ ਕਿਤਾਬਾਂ ਜਿਹੜੀਆਂ ਮਿਲਦੀਆਂ, ਉਹਦੇ 'ਚ ਹੱਥਾਂ ਤੇ ਪੈਰਾਂ ਦੀਆਂ ਫੋਟੋਆਂ ਵੇਖਿਓ। ਜਿਵੇਂ ਹੱਥਾਂ ਪੈਰਾਂ ਦੀਆਂ ਫੋਟੋਆਂ 'ਚ ਸਾਡੇ ਸਾਰੇ ਤਰ੍ਹਾਂ ਦੇ ਪੁਆਇੰਟ ਆ ਨਾ, ਦਿਲ ਦੇ, ਦਿਮਾਗ ਦੇ, ਫੇਫੜਿਆਂ ਦੇ, ਗੁਰਦਿਆਂ ਦੇ, ਸਾਰੇ ਕਾਹੇ ਦੇ, ਉਵੇਂ ਜਿਵੇਂ ਸਾਡੀ ਚੇਤਨਾ ਦੇ ਵਿੱਚ ਹੀ ਬੀਜ ਪਿਆ ਉਹ ਬ੍ਰਹਮੰਡ ਦਾ। ਸੁਪਰਮੈਨ ਆ ਨਾ ਜਿਹੜਾ ਸਾਡੇ ਅੰਦਰ ਹੀ ਬੈਠਾ, ਉਹ ਸਾਡੀ ਸੁਰਤ ਸਾਰੀ ਬਾਹਰ ਨੂੰ ਰਹਿੰਦੀ ਹੈ। ਇਸ ਕਰਕੇ ਅਸੀਂ ਗਵਾ ਜਾਂਦੇ ਹਾਂ ਜਨਮੇ। ਜਿਵੇਂ ਜਿਵੇਂ ਅਸੀਂ ਆਪਣੇ ਆਪੇ ਨੂੰ ਦੇਖੀ ਜਾਵਾਂਗੇ, ਸਾਡੀਆਂ ਚਿਤਵਣੀਆਂ ਮਿਟਦੀਆਂ ਜਾਣੀਆਂ, ਆਸਾ ਤ੍ਰਿਸ਼ਨਾ ਦੂਰ ਹੁੰਦੀ ਜਾਣੀ ਆ, ਸੰਤੋਖ ਆਉਂਦਾ ਜਾਣਾ, ਸਹਿਜ ਅਵਸਥਾ ਆਉਂਦੀ ਜਾਣੀ ਆ, ਆਤਮਿਕ ਅਡੋਲਤਾ ਬਣਦੀ ਜਾਣੀ ਆ। ਉਹ ਗੁਰੂ ਦੇ ਦਰ ਤੇ ਬੰਦੇ ਨੇ ਪ੍ਰਵਾਨ ਹੁੰਦੇ ਜਾਣਾ। ਸਤਿਗੁਰੂ ਕਹਿੰਦੇ ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪਨੀਤ ਹਰ ਤੀਰਥ ਨਹਾਇਆ। ਹਰੀ ਦੇ ਨਾਮ ਦਾ ਤੀਰਥ ਆ ਜਿਹੜਾ, ਉਹਨੂੰ ਜਦੋਂ ਨਹਾਉਣੇ ਆ ਨਾ, ਅੰਤਰਾਤਮੇ ਜਾਂਦੇ ਆ, ਸੁਰਤ ਨੂੰ ਲੈ ਜਾਂਦੇ ਆ ਸਾਧੂਆਂ ਦੇ ਚਰਨਾਂ 'ਚ, ਤਾਂ ਮਹਾਰਾਜ ਕਹਿੰਦੇ ਤੁਹਾਡਾ ਆਪਣਾ ਆਪਾ ਪਵਿੱਤਰ ਹੋ ਜਾਂਦਾ।
ਪਨੀਤ ਹੋ ਜਾਂਦਾ, ਪ੍ਰਵਾਨ ਹੋ ਜਾਂਦਾ ਕਰਤੇ ਦੇ ਦਰ 'ਤੇ। ਇਹ ਸਾਰੀਆਂ ਖੇਡਾਂ ਸਾਨੂੰ ਸਤਿਗੁਰੂ ਬਖਸ਼ਿਸ਼ ਕਰਦੇ ਆ। ਮਿਹਰ ਕਰਨ ਸਤਿਗੁਰੂ, ਜੋ ਸੇਵਾ ਸੱਚੀ ਸਰਕਾਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਾਤਾ ਦੇਸਾਂ ਨੂੰ ਬਖਸ਼ਿਸ਼ ਕੀਤੀ ਆ। ਜੋ ਮਾਤਾ ਜੀ ਨੇ ਸਾਡਾ ਪਹਿਰਾ ਲਾਇਆ, ਡਿਊਟੀ ਲਾਈ ਆ, ਅਸੀਂ ਜਿਵੇਂ ਜਿਵੇਂ ਜਾਣਿਆ, ਜਿਵੇਂ ਜਿਵੇਂ ਉਹਨੂੰ ਕਰਤੇ ਨੂੰ ਪਹਿਚਾਣਿਆ, ਜਿਵੇਂ ਅਸੀਂ ਜਾਣਿਆ, ਜਿਵੇਂ ਅਸੀਂ ਦਰਸ਼ਨ ਕੀਤੇ ਆ, ਕੋਸ਼ਿਸ਼ ਕਰ ਰਹੇ ਹਾਂ ਉਹ ਗੱਲਾਂ ਤੁਹਾਡੇ ਨਾਲ ਸਿੱਧੀਆਂ ਸਿੱਧੀਆਂ ਸਾਂਝੀਆਂ ਕਰੀਏ, ਤਾਂ ਕਿ ਤੁਸੀਂ ਵੀ ਉਸ ਉਚਾਈ ਨੂੰ ਮਾਣ ਸਕੋ, ਉਸ ਗੱਲ ਨੂੰ ਅੰਦਰੋਂ ਜਾਣ ਸਕੋ। ਜਿਵੇਂ ਜਿਹਨੇ ਐਵਰੈਸਟ ਦੀ ਚੋਟੀ 'ਤੇ ਚੜ੍ਹਨਾ, ਜਿਹੜਾ ਪਹਿਲਾਂ ਚੜ੍ਹ ਕੇ ਆਇਆ, ਜਦੋਂ ਉਹਦੀ ਸੰਗਤ 'ਚ ਉਹ ਜਾਂਦਾ, ਉਹ ਦੱਸਦਾ ਕਿਹੜੀ ਕਿਹੜੀ ਤਿਆਰੀ ਕਰਨੀ ਪੈਣੀ ਆ, ਕਿਹੜੇ ਪਦਾਰਥ ਛਕਣੇ ਪੈਣੇ ਆ ਜਿਹਦੇ ਨਾਲ ਹੱਡੀਆਂ 'ਚ ਜਾਨ ਆਵੇ, ਕਿਵੇਂ ਆਪਣੇ ਆਪ ਨੂੰ ਉਹਦੇ ਮੇਚ ਦਾ ਕਰਨਾ ਪੈਣਾ, ਨਾਲ ਕੀ ਕੀ ਲਿਜਾ ਸਕਦੇ ਆ, ਕੀ ਨਹੀਂ ਲਿਜਾ ਸਕਦੇ, ਸਾਰਾ ਉਹਨੂੰ ਪਤਾ ਹੁੰਦਾ। ਇਹ ਟੂਲ ਹੁੰਦੇ ਆ ਹਰ ਪਾਸੇ ਦੇ, ਅਧਿਆਤਮ ਦੇ ਆਪਣੇ ਟੂਲ ਆ। ਅਧਿਆਤਮ ਵਾਲੇ ਪਾਸੇ ਕਿਵੇਂ ਜਾਈਦਾ, ਇਹ ਆਪਾਂ ਸਾਂਝ ਪਾਉਂਦੇ ਰਹਾਂਗੇ। ਸਾਨੂੰ ਤਾਂ ਜੋ ਬਖਸ਼ਿਸ਼ ਕੀਤਾ ਸਿੱਧਾ ਸਿੱਧਾ ਜਿਹਾ ਰਸਤਾ, ਸਤਿਗੁਰਾਂ ਦੀ ਬਾਣੀ ਸਾਡੇ ਕੋਲ ਮੌਜੂਦ ਆ, ਜੁਗੋ ਜੁਗ ਅਟਲ ਸਤਿਗੁਰੂ ਸਾਡੇ ਕੋਲ ਨੇ। ਉਹਨਾਂ ਦੀ ਸਰਨ ਜਾਇਆ, ਬਾਣੀ ਪੜ੍ਹਿਆ, ਸਹਿ ਸੁਭਾਅ ਪੜ੍ਹਿਆ, ਸਹਿ ਸੁਭਾਅ ਸੁਣਿਆ, ਆਪਣੇ ਆਪ ਜਿੰਨੇ ਕੁ ਜੋਗੇ ਹੈਗੇ ਆ ਸੂਤਰ ਸਾਡੇ ਪੱਲੇ ਪੈਂਦੇ ਜਾਂਦੇ ਆ। ਨੇਮ ਨਾਲ ਅਸੀਂ ਉਹਨੂੰ ਧਿਆਉਂਦੇ ਰਹੀਏ, ਉਹਨੂੰ ਗਾਉਂਦੇ ਰਹੀਏ, ਉਹਦੇ ਗੀਤਾਂ ਨੂੰ ਗਾਉਂਦੇ ਰਹੀਏ, ਉਹਦੀ ਬਾਣੀ ਨੂੰ ਗਾਉਂਦੇ ਰਹੀਏ, ਆਪਣੇ ਆਪ ਸਪੇਸ ਬਣਦੀ ਜਾਂਦੀ ਹੈ, ਸਾਡੀ ਸਮਝ ਵੱਧਦੀ ਜਾਂਦੀ ਹੈ। ਇੱਕ ਦਿਨ ਆਉਂਦਾ ਜਿੱਦੇ ਸਾਡੇ ਕਵਾੜ ਖੁੱਲ੍ਹ ਜਾਂਦੇ ਆ ਅਤੇ ਸਾਡਾ ਆਪਣੇ ਆਪੇ ਨਾਲ ਹੀ ਮੇਲ ਹੋ ਜਾਂਦਾ। ਸਤਿਗੁਰੂ ਬੜੀ ਰਹਿਮਤ ਕਰਦੇ ਆ, ਕਿਰਪਾ ਕਰਦੇ ਆ। ਇਹੀ ਕਾਰਨ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ। ਮਨ 'ਚ ਸੋਚਿਆ ਸੀ ਕਿ ਓਨਾ ਚਿਰ ਕਦੇ ਨਹੀਂ ਕਿਸੇ ਨੂੰ ਕੁਛ ਕਹਿਣਾ, ਨਾ ਹੀ ਦੱਸਣਾ, ਅਤੇ ਨਾ ਹੀ ਕਦੇ ਕਿਹਾ। ਇੱਥੇ ਪਿਛਲੇ 50 ਸਾਲਾਂ ਦੌਰਾਨ ਨਾ ਹੀ ਕੋਈ ਪ੍ਰਚਾਰ ਕੀਤਾ, ਨਾ ਕੁਛ ਹੋਰ ਕੀਤਾ। ਠੀਕ ਹੈ, ਦਰਸ਼ਨ ਕਰਨ ਆਈ ਸੰਗਤ ਨਾਲ ਸਾਂਝਾਂ ਪੈਂਦੀਆਂ ਰਹਿੰਦੀਆਂ ਸੀ ਥੋੜ੍ਹੀਆਂ ਥੋੜ੍ਹੀਆਂ, ਪਰ ਜਦੋਂ ਤੋਂ ਮਾਤਾ ਨੇ ਬਖਸ਼ਿਸ਼ ਕੀਤੀ, ਆਪਣੇ ਆਪੇ ਦਾ ਮਿਲਾਪ ਹੋਇਆ, ਦੱਸਣ ਦਾ ਹੁਕਮ ਹੋਇਆ ਕਿ ਤੁਸੀਂ ਦੱਸੋ, ਥੋੜ੍ਹਾ ਥੋੜ੍ਹਾ, ਹੌਲੀ ਹੌਲੀ, ਜਿੰਨਾ ਕੁ ਪਚਦਾ ਅਗਲਿਆਂ ਦੇ ਮੂੰਹ ਲਿਆਂਦੇ ਤੁਹਾਡੀ ਸੰਗਤ ਦੇ, ਉਹਨਾਂ ਉਹਨਾਂ ਅੱਗੇ ਦੀ ਅੱਗੇ ਵੱਧਦੇ ਜਾਓ। ਜਿਵੇਂ ਜਿਵੇਂ ਸਤਿਗੁਰੂ ਰਹਿਮਤ ਕਰਨਗੇ, ਕਿਰਪਾ ਕਰਨਗੇ, ਆਪਾਂ ਇਹ ਵਿਆਖਿਆ ਜਿਹੜੀ ਕਰਦੇ ਰਹਾਂਗੇ। ਫਿਰ ਸਮਾਂ ਆਉਣ ਦਿਓ ਜਦੋਂ ਕਾਫੀ ਲੋਕ, ਤੁਸੀਂ ਸੰਗਤਾਂ ਇਕੱਤਰ ਹੋ ਗਈਆਂ ਆਪਣੇ ਚੈਨਲ 'ਤੇ, ਕਾਫੀ ਆਪਾਂ ਜੁੜ ਚੁੱਕੇ, ਤਾਂ ਉਦੋਂ ਆਪਾਂ ਫਿਰ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਂਝ ਪਾਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਲੜੀਵਾਰ ਆਪਾਂ ਫਿਰ ਉਹਦੀ ਵਿਆਖਿਆ ਹੌਲੀ ਹੌਲੀ ਕਰਦੇ ਜਾਵਾਂਗੇ। ਜੋ ਜੋ ਸਮਝਾਂ ਦਸਵੇਂ ਪਾਤਸ਼ਾਹ ਬਖਸ਼ਿਸ਼ ਕਰਨਗੇ, ਜੋ ਉਹਨਾਂ ਨੇ ਬਚਨ ਦਿੱਤਾ ਕਿ ਮਾਤਾ ਅਸੀਂ ਹਾਜ਼ਰ ਨਾਜ਼ਰ ਰਵਾਂਗੇ, ਹਰ ਵੇਲੇ ਅੰਗ ਸੰਗ ਰਵਾਂਗੇ। ਜਦੋਂ ਹੀ ਸਾਡਾ ਆਸਰਾ ਤੱਕ ਕਿ ਕੋਈ ਬੈਠੂਗਾ ਤੇ ਅਸੀਂ ਹਰ ਵੇਲੇ ਅੰਗ ਸੰਗ ਹਾਂ। ਸਾਹਿਬੇ ਕਮਾਲ ਦੇ ਦਸਮੇਸ਼ ਪਿਤਾ ਦਾ ਆਸਰਾ ਤੱਕ ਕੀ ਕਰਦੇ ਹਾਂ, ਜੋ ਵੀ ਕਰਦੇ ਹਾਂ, ਉਹਨਾਂ ਦਾ ਸੱਚੇ ਨਾਨਕ ਨਾਮ ਦਾ ਨਾਮ ਲੈ ਕੇ ਅੱਗੇ ਵਧਦੇ ਹਾਂ। ਜੋ ਉਹ ਕਹਾ ਰਹੇ ਨੇ, ਕਹਿ ਰਹੇ ਹਾਂ, ਸਤਿਗੁਰੂ ਕਿਰਪਾ ਕਰਨ, ਆਸਰਾ ਗੁਰੂ ਗ੍ਰੰਥ ਸਾਹਿਬ ਦਾ। ਜੋ ਆਪਾਂ ਦੱਸਣਾ, ਜੋ ਬੋਲਣਾ, ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਚ ਮੋਹਰ ਲਵਾਉਣੀ ਆ, ਫਿਰ ਕਹਿਣਾ। ਨਹੀਂ ਆਪਣੇ ਕੋਲੋਂ ਕੁਛ ਨਹੀਂ ਕਹਿਣਾ, ਕਿਉਂਕਿ ਕੋਲੋਂ ਕਹਿ ਕਹਿ ਕੇ ਬਹੁਤ ਵਿਗਾੜ ਪੈ ਜਾਂਦੇ ਆ। ਪਹਿਲਾਂ ਵੀ ਅਸੀਂ ਦੇਣੇ ਆ, ਬੜੇ ਨੁਕਸਾਨ ਹੋ ਚੁੱਕੇ ਆ ਅਤੇ ਹੋ ਰਹੇ ਆ, ਕਿਉਂਕਿ ਆਮ ਗੱਲਾਂ ਆਮ ਹੀ ਰਹਿ ਜਾਂਦੀਆਂ ਹੁੰਦੀਆਂ। ਸਤਿਗੁਰਾਂ ਦੇ ਵਚਨ ਸਤਿਗੁਰਾਂ ਦੇ ਹੀ ਹੁੰਦੇ ਆ। ਅਸੀਂ ਜੋ ਵੀ ਗੱਲ ਕਰੀਏ, ਜੋ ਸਤਿਗੁਰਾਂ ਦੇ ਬਚਨਾਂ ਦੇ ਨਾਲ ਮਿਲਦਾ, ਸਤਿਗੁਰਾਂ ਦੇ ਬਚਨਾਂ 'ਚੋਂ ਸਾਨੂੰ ਮਿਲਦਾ, ਉਹੀ ਅਸੀਂ ਹਿਰਦੇ 'ਚ ਧਾਰਨ ਕਰੀਏ, ਅਤੇ ਹੋਰ ਮੱਤ ਆ ਜਿਹੜੀ ਅਸੀਂ ਉਹ ਤੋਂ ਬਚੀਏ, ਤਾਂ ਕਿ ਸਾਡਾ ਜਿਹੜਾ ਰਸਤਾ ਗੁਰੂ ਨਾਨਕ ਦੇਵ ਕਲੀਅਰ ਕਰਨ, ਆਪਣੇ ਆਪੇ ਨਾਲ ਮੇਲ ਲੈਣ, ਕਿਰਪਾ ਦ੍ਰਿਸ਼ਟੀ ਬਣਾਈ ਰੱਖਣ। ਜੋ ਸੇਵਾਵਾਂ ਝੋਲੀ ਪਾਈਆਂ ਕਰਤੇ ਨੇ, ਉਹ ਸੇਵਾਵਾਂ ਆਪਾਂ ਨਿਭਾ ਰਹੇ ਹਾਂ। ਮਿਹਰ ਕਰਿਓ, ਜੁੜੇ ਰਹੋ, ਆਪਣੇ ਭੈਣ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ ਵੀ ਨਾਲ ਜੋੜੋ, ਦੱਸੋ, ਕਿਉਂਕਿ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ, ਜਿੱਥੋਂ ਤੱਕ ਵੀ ਜਾਵੇਗੀ, ਪਹੁੰਚੇਗੀ। ਜੋ ਵੀ ਪੜ੍ਹੇਗਾ, ਧਿਆਵੇਗਾ, ਮੰਨੇਗਾ, ਉਹਦੀ ਗਤ ਹੋ ਜਾਣੀ ਹੈ, ਚੜ੍ਹਦੀ ਕਲਾ ਹੋ ਜਾਣੀ ਹੈ। ਸਤਿਗੁਰੂ ਰਹਿਮਤ ਕਰਨ। ਜਿਵੇਂ ਜਿਵੇਂ ਸਤਿਗੁਰੂ ਆਗਿਆ ਬਖਸ਼ਣਗੇ, ਮਾਤਾ ਜੀ ਆਗਿਆ ਬਖਸ਼ਣਗੇ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਦਰ ਦੀ ਸੇਵਾ ਵੀ ਨਾਲ ਨਾਲ ਕਰਦੇ ਰਹਿਣਾ। ਜਿੰਨੀ ਕੁ ਸੇਵਾ ਹੋ ਸਕਦੀ ਹੈ ਰੋਜ਼ਾਨਾ ਕਰ ਰਹੇ ਹਾਂ। ਜਿਵੇਂ ਜਿਵੇਂ ਅੱਗੇ ਹੁਕਮ ਹੋਣਗੇ ਸੇਵਾ ਕਰਾਂਗੇ। ਸਾਰੇ ਹਾਜ਼ਰੀਆਂ ਲਾਇਓ। ਦਾਸ ਤੁਹਾਡਾ ਆਪਣਾ, ਮਾਂ ਦੇਸਾ ਨੰਦਨ, ਜਸਵੀਰ ਸਿੰਘ, ਮੁੱਖ ਸੇਵਾਦਾਰ, ਗੁਰਦੁਆਰਾ ਬੁਰਜ ਸਾਹਿਬ, ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਜਦੋਂ ਵੀ ਕਦੇ ਦਮਦਮਾ ਸਾਹਿਬ ਆਓ, ਦਮਦਮਾ ਸਾਹਿਬ ਤੋਂ 27 ਕਿਲੋਮੀਟਰ ਉੱਤਰ ਵਾਲੇ ਪਾਸੇ ਨੂੰ ਭੁੱਚੋ ਮੰਡੀ ਦੇ ਨਾਲ ਬਿਲਕੁਲ ਇਤਿਹਾਸਕ ਨਗਰ ਹੈ, ਇਤਿਹਾਸਕ ਪਿੰਡ ਹੈ। ਕਦੇ ਵੀ ਬਠਿੰਡਾ ਆਓ ਤਾਂ ਇੱਥੋਂ 15 ਕਿਲੋਮੀਟਰ 'ਤੇ ਚੜ੍ਹਦੇ ਵੱਲ ਨੂੰ ਆ। ਰਾਮਪੁਰੇ ਆਓ ਤਾਂ ਇੱਧਰੋਂ
15 ਕੁ ਕਿਲੋਮੀਟਰ ਸ਼ਿਪ ਦੇ ਵੱਲ ਨੂੰ ਆ। ਪੁੱਚੋ ਕੈਂਚੀਆਂ ਤੋਂ ਸਾਰਾ 7 ਕੁ ਕਿਲੋਮੀਟਰ ਤੇ ਨਗਰ ਹੈ। ਸਤਿਗੁਰਾਂ ਦੀਆਂ ਬਖਸ਼ਿਸ਼ ਕੀਤੀਆਂ ਇਹਨਾਂ ਯਾਦਾਂ ਦੇ ਨਿਸ਼ਾਨੀਆਂ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜਨਮ ਸਫਲਾ ਕਰੋ। ਜੋ ਦੁਨੀਆ ਦੇ ਵਿੱਚ ਇੱਕੋ ਇੱਕ ਨਿਸ਼ਾਨੀ ਬਚੀ ਹੈ ਸਤਿਗੁਰਾਂ ਦੀ ਪੂਰੇ ਵਿਸ਼ਵ ਦੇ ਵਿੱਚ, ਬੁਰਜ ਸਾਹਿਬ, ਇੱਥੇ ਆ ਕੇ ਵੀ ਇਹਦੇ ਦਰਸ਼ਨ ਦਿਦਾਰੇ ਕਰਕੇ ਆਨੰਦ ਮਾਣੋ। ਸਾਰਿਆਂ ਨੂੰ ਜੀ ਆਇਆਂ ਨੂੰ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।